ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡਰ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ। ਇਹ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਏਗਾ। ਅੱਜ ਆਪਾਂ ਕੰਟੀਨਿਊ ਕਰਦੇ ਹਾਂ ਆਪਣੇ ਪੰਜਾਬੀ ਦੇ ਸਿਲੇਬਸ ਦੇ ਨਾਲ। ਦੇਖੋ ਪੰਜਾਬੀ ਦੇ ਬਹੁਤ ਸਾਰੇ ਟੌਪਿਕਸ ਆਪਾਂ 3 ਤੋਂ 4 ਟੌਪਿਕ ਆਪਾਂ ਕੰਪਲੀਟ ਕਰ ਚੁੱਕੇ ਹਾਂ ਤੇ ਇੱਕ ਟੌਪਿਕ ਜੋ ਆਪਾਂ ਸਟਾਰਟ ਕੀਤਾ ਹੋਇਆ ਸੀ ਜਿਸ ਦਾ ਨਾਮ ਸੀ ਭਾਸ਼ਾ ਦੀ ਕੌਸ਼ਲ, ਤਾਂ ਉਸ ਨੂੰ ਅੱਜ ਆਪਾਂ ਕੰਪਲੀਟ ਕਰਾਂਗੇ। ਆਪਾਂ ਭਾਸ਼ਾ ਦੇ ਚਾਰ ਜੋ ਕੌਸ਼ਲ ਸੀਗੇ ਉਹ ਡਿਟੇਲ ਦੇ ਵਿੱਚ ਪੜ੍ਹਨੇ ਨੇ, ਠੀਕ ਹੈ। ਜਿਹਦੇ ਵਿੱਚ ਪਹਿਲਾ ਆ ਜਾਂਦਾ ਸੁਣਨਾ ਕੌਸ਼ਲ, ਫਿਰ ਆ ਜਾਂਦਾ ਬੋਲਣਾ ਕੌਸ਼ਲ, ਉਸ ਤੋਂ ਬਾਅਦ ਆਉਂਦਾ ਪੜ੍ਹਨਾ ਤੇ ਉਸ ਤੋਂ ਬਾਅਦ ਆਉਂਦਾ ਲਿਖਣਾ ਕੌਸ਼ਲ। ਪਹਿਲੇ ਦੋ ਕੌਸ਼ਲ ਨੇ ਜੋ ਸੁਣਨਾ ਤੇ ਬੋਲਣਾ ਕੌਸ਼ਲ, ਉਹ ਆਪਾਂ ਡਿਟੇਲ ਦੇ ਵਿੱਚ ਸਟੱਡੀ ਕਰ ਚੁੱਕੇ ਹਾਂ। ਜੇ ਤੁਸੀਂ ਹਾਲ ਤੱਕ ਪ੍ਰੋਪਰ ਜੋ ਤਿਆਰੀ ਹੈ ਪੀਐਸ ਟੈਟ ਦੀ ਨਹੀਂ ਕੀਤੀ ਤਾਂ ਤੁਸੀਂ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਪੂਰਾ ਦਾ ਪੂਰਾ ਇੱਕ ਤਰੀਕੇ ਨਾਲ ਕਹਿ ਸਕਦੇ ਪਲੇਲਿਸਟ ਤੁਹਾਨੂੰ ਨਜ਼ਰ ਆਏਗਾ ਚੈਨਲ ਦੇ ਉੱਪਰ। ਬਾਕੀ ਸਬਜੈਕਟਾਂ ਦੇ ਜੋ ਪਲੇਲਿਸਟ ਨੇ ਉਹ ਵੀ ਤੁਹਾਨੂੰ ਨਜ਼ਰ ਆਉਣਗੇ। ਇੱਕ ਪੂਰਾ ਕੋਰਸ ਕਹਿ ਸਕਦੇ ਹਾਂ ਆਪਾਂ YouTube ਦੇ ਉੱਪਰ ਤੁਹਾਨੂੰ ਫ੍ਰੀ ਆਫ ਕੋਸਟ ਆਪਾਂ ਕਹਿ ਸਕਦੇ ਕਿ ਮਿਲ ਰਿਹਾ, ਪੂਰਾ ਡਿਟੇਲ ਦੇ ਵਿੱਚ ਸਿਲੇਬਸ ਮਿਲ ਰਿਹਾ, ਠੀਕ ਹੈ। ਤੁਸੀਂ ਚਾਹੋ ਤਾਂ ਆਪਣੀ ਤਿਆਰੀ ਸ਼ੁਰੂ ਕਰ ਸਕਦੇ ਹੋ। ਔਰ ਵੈਸੇ ਵੀ ਪੀਐਸ ਟੈਟ ਹੈ ਜੋ ਜੁਲਾਈ ਦੇ ਨੀਅਰ ਅਬਾਊਟ ਕਿਹਾ ਜਾ ਰਿਹਾ ਕਿ ਆ ਸਕਦਾ ਹੈ। ਬਾਕੀ ਅਗਰ ਥੋੜ੍ਹਾ ਬਹੁਤ ਉੱਪਰ ਨੀਚੇ ਵੀ ਹੁੰਦਾ ਤਾਂ ਵੀ ਆਪਾਂ ਨੂੰ ਹੁਣ ਆਪਣੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਠੀਕ ਹੈ ਜੀ। ਕਿਉਂਕਿ ਆਪਾਂ ਨੂੰ ਪਤਾ ਕਿ ਕੰਪੀਟੀਸ਼ਨ ਕਾਫੀ ਹਾਰਡ ਹੋ ਚੁੱਕਿਆ, ਸੋ ਵਰਕ ਹਾਰਡ ਜ਼ਰੂਰੀ ਹੈ। ਨੈਕਸਟ ਅਗਰ ਆਪਾਂ ਗੱਲ ਕਰ ਰਹੇ ਸੀ ਅੱਜ ਦੇ ਟੌਪਿਕ ਦੀ, ਸੁਣਨਾ ਤੇ ਬੋਲਣਾ ਕੌਸ਼ਲ ਜੋ ਹੈ ਆਪਾਂ ਕੰਪਲੀਟ ਕਰ ਚੁੱਕੇ ਹਾਂ ਤੇ ਬਿਲਕੁਲ ਤੁਹਾਨੂੰ ਸਾਡੇ ਚੈਨਲ ਦੇ ਉੱਪਰ ਪਲੇਲਿਸਟ ਨਜ਼ਰ ਆਏਗੀ, ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ। ਔਰ ਪ੍ਰੀਵੀਅਸ ਜੋ ਟੌਪਿਕ ਨੇ ਤੁਸੀਂ ਉਹਨਾਂ ਨੂੰ ਵੀ ਕੰਪਲੀਟ ਕਰ ਸਕਦੇ ਹੋ। ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਸੀ ਇਹ ਸਿਰਫ ਪੀਐਸ ਟੈਟ ਦੇ ਲਈ ਨਹੀਂ ਬਲਕਿ ਸੀ ਟੈਟ ਦੇ ਲਈ ਵੀ ਹੈਲਪਫੁਲ ਰਹੇਗਾ। ਪੰਜਾਬ ਦੇ ਜੋ ਵੀ ਸਟੂਡੈਂਟਸ ਨੇ ਸੀ ਟੈਟ ਦੇ ਵਿੱਚ ਪੰਜਾਬੀ ਲੈਂਗੁਏਜ ਨੂੰ ਐਜ਼ ਅ ਫਸਟ ਜਾਂ ਸੈਕਿੰਡ ਲੈਂਗੁਏਜ ਚੂਜ਼ ਕਰਦੇ ਨੇ ਤਾਂ ਉਹਨਾਂ ਲਈ ਇਹ ਪੂਰਾ ਦਾ ਪੂਰਾ ਜੋ ਸੀਰੀਜ਼ ਹੈ ਜੋ ਸੈਸ਼ਨ ਹੈ ਉਹ ਕੰਪਲੀਟਲੀ ਯੂਜ਼ਫੁਲ ਹੋਏਗਾ, ਠੀਕ ਹੈ ਜੀ। ਕਿਉਂਕਿ ਸਿਲੇਬਸ ਜੋ ਹੈ ਬਿਲਕੁਲ ਸਿਮਿਲਰ ਹੁੰਦਾ। ਨੈਕਸਟ ਅਗਰ ਆਪਾਂ ਗੱਲ ਕਰੀਏ ਸਟਾਰਟ ਕਰਦੇ ਹਾਂ ਅੱਜ ਦੇ ਟੌਪਿਕ ਨੂੰ। ਦੇਖੋ ਆਪਾਂ ਕੌਸ਼ਲ ਕਰ ਰਹੇ ਸੀ ਜਿਹਦੇ ਵਿੱਚ ਪਹਿਲੇ ਦੋ ਕੌਸ਼ਲ ਆਪਾਂ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ। ਸੁਣਨਾ ਕੌਸ਼ਲ ਕੀ ਹੈ ਔਰ ਬੋਲਣਾ ਕੌਸ਼ਲ ਕੀ ਹੈ ਆਪਾਂ ਪੜ੍ਹ ਚੁੱਕੇ ਹਾਂ ਦੋਨੋਂ। ਹੁਣ ਆਪਾਂ ਅਗਲੇ ਦੋ ਜੋ ਕੌਸ਼ਲ ਨੇ ਇਸੇ ਵੀਡੀਓ ਦੇ ਵਿੱਚ ਕੰਪਲੀਟ ਕਰ ਲਵਾਂਗੇ। ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਤੁਹਾਡਾ ਜੋ ਇੱਕ ਹੋਰ ਟੌਪਿਕ ਹੈ ਉਹ ਵੀ ਕੀ ਹੋ ਜਾਏਗਾ, ਕੰਪਲੀਟ ਹੋ ਜਾਏਗਾ, ਜਿਸ ਦਾ ਨਾਮ ਹੈ ਭਾਸ਼ਾ ਦੇ ਕੌਸ਼ਲ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਇਹ। ਤਾਂ ਅੱਜ ਜੋ ਬਾਕੀ ਦੇ ਦੋ ਕੌਸ਼ਲ ਨੇ ਜਿਸ ਦਾ ਨਾਮ ਹੈ ਪੜ੍ਹਨਾ ਤੇ ਬੋਲਣਾ, ਉਹ ਦੋਨੋਂ ਤੁਹਾਡੇ ਟੋਟਲੀ ਕੰਪਲੀਟ ਹੋ ਜਾਣਗੇ, ਠੀਕ ਹੈ ਜੀ। ਤਾਂ ਸਟਾਰਟ ਕਰਦੇ ਹਾਂ ਆਪਣੀ ਕੌਸ਼ਲ ਦੇ ਨਾਲ ਜਿਸ ਦਾ ਨਾਮ ਹੈ ਥਰਡ ਕੌਸ਼ਲ, ਠੀਕ ਹੈ, ਜਿਸ ਦਾ ਨਾਮ ਹੈ ਪੜ੍ਹਨਾ। ਹੁਣ ਪੜ੍ਹਨਾ ਕੀ ਹੁੰਦਾ, ਦੇਖੋ ਬੱਚਾ ਸਭ ਤੋਂ ਪਹਿਲਾਂ ਸੁਣਨਾ ਸ਼ੁਰੂ ਕਰਦਾ, ਸੁਣਦਾ ਹੈ ਉਹ ਆਪਣੇ ਪੇਰੈਂਟਸ ਨੂੰ, ਆਪਣੇ ਇਨਵਾਇਰਮੈਂਟ ਦੇ ਵਿੱਚ ਜੋ ਵੀ ਗੱਲਾਂ ਹੋ ਰਹੀਆਂ ਹੁੰਦੀਆਂ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੂੰ ਕਾਪੀ ਕਰਕੇ ਉਹ ਹੌਲੀ ਹੌਲੀ ਬੋਲਣਾ ਸ਼ੁਰੂ ਕਰਦਾ ਹੈ। ਉਸ ਤੋਂ ਬਾਅਦ ਜਿਵੇਂ ਜਿਵੇਂ ਉਹ ਗਰੋ ਕਰਦਾ ਜਾਂਦਾ ਹੈ ਉਹ ਸਕੂਲ ਦੀ ਲਾਈਫ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦਾ। ਜਦੋਂ ਸਕੂਲ ਜਾਣਾ ਸ਼ੁਰੂ ਕਰ ਦਿੰਦਾ ਤਾਂ ਉੱਥੇ ਉਸਨੂੰ ਕੀ ਸਿਖਾਇਆ ਜਾਂਦਾ, ਪੜ੍ਹਨਾ ਤੇ ਬੋਲਣਾ ਸਿਖਾਇਆ ਜਾਂਦਾ। ਹੁਣ ਪੜ੍ਹਨਾ ਕੀ ਹੁੰਦਾ, ਜੇਕਰ ਆਪਾਂ ਰੀਅਲ ਲਾਈਫ ਦੇ ਨਾਲ ਰਿਲੇਟ ਕਰਕੇ ਦੇਖੀਏ ਤਾਂ ਪੜ੍ਹਨਾ ਕੀ ਹੁੰਦਾ, ਆਪਾਂ ਕਿਸੇ ਬੁੱਕ ਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਕੋਈ ਪੜ੍ਹ ਰਹੇ ਹਾਂ। ਫੋਰ ਐਗਜ਼ਾਮਪਲ ਆਪਾਂ ਇੱਥੇ ਪੰਜਾਬੀ ਪੜ੍ਹ ਰਹੇ ਹਾਂ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਕਿ ਇਹ ਜਦੋਂ ਲਾਈਨ ਹੈ ਇਹ ਇੱਥੇ ਖਤਮ ਹੋ ਗਈ ਤੇ ਇਸ ਤੋਂ ਬਾਅਦ ਥੋੜ੍ਹਾ ਜਿਹਾ ਰੁਕਣਾ, ਮਤਲਬ ਚੰਗੇ ਤਰੀਕੇ ਨਾਲ ਸਹੀ ਧੁਨੀ, ਸਹੀ ਪ੍ਰਵਾਹ ਹੋ ਗਿਆ, ਠੀਕ ਹੈ। ਸਹੀ ਬਲ ਮਤਲਬ ਜਿੰਨੀ ਐਨਰਜੀ ਆਪਾਂ ਕਹਿ, ਸਹੀ ਗਤੀ ਹੋਣੀ ਚਾਹੀਦੀ ਹੈ, ਜ਼ਿਆਦਾ ਤੇਜ਼ ਹੈ ਜ਼ਿਆਦਾ ਸਲੋ ਨਹੀਂ ਹੋਣਾ ਚਾਹੀਦਾ। ਵਿਸ਼ਰਾਮ ਚਿੰਨ੍ਹ ਹੋ ਗਏ, ਜਿਵੇਂ ਆਪਾਂ ਕੋਈ ਐਕਸਾਈਟਮੈਂਟ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਨਾਲ ਆਪਾਂ ਕੀ ਲਗਾਉਂਦੇ ਹਾਂ, ਬਹੁਤ ਸਾਰੇ ਵਿਸ਼ਰਾਮ ਚਿੰਨ੍ਹ ਲਗਾਉਂਦੇ ਹਾਂ ਜਾਂ ਫਿਰ ਕੋਮਾ ਬਿੰਦੀ ਇਸ ਤਰੀਕੇ ਨਾਲ, ਠੀਕ ਹੈ। ਤਾਂ ਉਹਨਾਂ ਸਾਰਿਆਂ ਨੂੰ ਧਿਆਨ 'ਚ ਰੱਖਦੇ ਹੋਏ ਹੀ ਪ੍ਰੋਨਾਊਂਸੀਏਸ਼ਨ ਜੋ ਹੈ ਉਹ ਕਰਨੀ ਚਾਹੀਦੀ ਹੈ। ਤਾਂ ਇਹਨਾਂ ਅਕੋਰਡਿੰਗ ਪੜ੍ਹਨਾ ਮਤਲਬ ਇੱਕ ਸਹੀ ਲੇ ਦੇ ਵਿੱਚ ਪੜ੍ਹਨਾ, ਠੀਕ ਹੈ। ਇੱਕ ਬਿਲਕੁਲ ਇੱਦਾਂ ਹੁੰਦਾ ਕਿ ਸਹੀ ਤਰੀਕੇ ਨਾਲ ਪੜ੍ਹਨਾ ਜਿੱਥੇ ਧੁਨੀ ਦਾ ਧਿਆਨ ਰੱਖਿਆ ਜਾਵੇ, ਪ੍ਰਵਾਹ ਦਾ ਧਿਆਨ ਰੱਖਿਆ ਜਾਵੇ, ਬਲ ਦਾ ਧਿਆਨ ਰੱਖਿਆ ਜਾਵੇ, ਸਪੀਡ ਦਾ ਧਿਆਨ ਰੱਖਿਆ ਜਾਵੇ, ਜਿਹੜੇ ਚਿੰਨ੍ਹ ਉਹਦੇ ਵਿੱਚ ਆਉਂਦੇ ਨੇ ਉਹਨਾਂ ਦਾ ਧਿਆਨ ਰੱਖਿਆ ਜਾਵੇ, ਜਿੱਥੇ ਰੁਕਣਾ ਉੱਥੇ ਰੁਕਿਆ ਜਾਵੇ, ਜਿੱਥੇ 2 ਤੋਂ 3 ਮਿੰਟ ਦਾ ਥੋੜ੍ਹਾ ਬਹੁਤ ਗੈਪ ਚਾਹੀਦਾ ਉਹ ਜ਼ਰੂਰੀ ਹੈ, ਠੀਕ ਹੈ। ਅਗਰ ਆਪਾਂ ਇੱਕ ਲਾਈਨ ਖਤਮ ਕਰਨ ਤੋਂ ਬਾਅਦ ਦੂਸਰੀ ਲਾਈਨ ਸਟਾਰਟ ਕਰ ਰਹੇ ਹਾਂ ਤਾਂ ਉਹ ਸਾਰਾ ਕੁਛ ਇੱਕ ਬੱਚੇ ਨੂੰ ਸਟਾਰਟਿੰਗ ਦੇ ਵਿੱਚ ਸਿਖਾਇਆ ਜਾਂਦਾ ਹੈ, ਠੀਕ ਹੈ। ਐਜ਼ ਅ ਟੀਚਰ ਆਪਣੀ ਡਿਊਟੀ ਬਣਦੀ ਆ ਉਹਨਾਂ ਨੂੰ ਪ੍ਰੋਪਰਲੀ ਇਹਨਾਂ ਚੀਜ਼ਾਂ ਬਾਰੇ ਗਾਈਡ ਕਰਨਾ ਕਿ ਸਹੀ ਤਰੀਕੇ ਨਾਲ ਪੜ੍ਹਿਆ ਕਿਸ ਤਰੀਕੇ ਨਾਲ ਜਾਂਦਾ ਹੈ, ਠੀਕ ਹੈ। ਜਸਟ ਲਗਾਤਾਰ ਪੜ੍ਹਦੇ ਰਹਿਣਾ ਪੜ੍ਹਨਾ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਨੇ। ਹੁਣ ਕੋਈ ਅਗਰ ਚੀਜ਼ ਹੈ ਜਿਹਦੇ ਵਿੱਚ ਕਿਸੇ ਲਿਖੇ ਹੋਏ ਪਰਸਨ ਕਿਸੇ ਖੁਸ਼ੀ ਦਾ ਜ਼ਾਹਿਰ ਕਰ ਰਿਹਾ, ਜਿਵੇਂ ਵਾਹ ਜਾਂ ਵਾਓ, ਤਾਂ ਉਸ ਤਰੀਕੇ ਨੂੰ ਕਿਵੇਂ ਪ੍ਰੋਨਾਊਂਸ ਕਰਨਾ, ਉਹ ਸਾਰਾ ਕੁਛ ਧਿਆਨ ਵਿੱਚ ਰੱਖ ਕੇ ਪੜ੍ਹਨਾ ਕੌਸ਼ਲ ਅਖਵਾਉਂਦਾ ਹੈ, ਠੀਕ ਹੈ। ਹੁਣ ਪੜ੍ਹਨ ਦੀ ਜਗ੍ਹਾ 'ਤੇ ਬਹੁਤ ਸਾਰੇ ਨਾਮ ਤੁਹਾਡੇ ਕੋਲ ਆ ਜਾਂਦੇ ਨੇ, ਜਿਵੇਂ ਪੜ੍ਹਨ ਦੀ ਜਗ੍ਹਾ 'ਤੇ ਹੋ ਸਕਦਾ ਪੜ੍ਹਨਾ ਆ ਜਾਵੇ, ਪੜ੍ਹਾਈ ਆ ਜਾਵੇ, ਵਾਚਨ ਵੀ ਇਸ ਨੂੰ ਕਿਹਾ ਜਾਂਦਾ ਜਾਂ ਬੋਧ ਕਰਨਾ, ਠੀਕ ਹੈ। ਜੇਕਰ ਬਾਈ ਚਾਂਸ ਉੱਥੇ ਐਗਜ਼ਾਮ ਥੋੜ੍ਹਾ ਬਹੁਤ ਉੱਪਰ ਨੀਚੇ ਦੇ ਲੈਵਲ ਦਾ ਹੁੰਦਾ ਤਾਂ ਬੋਧ ਕਰਨਾ ਸ਼ਬਦ ਆ ਸਕਦਾ ਹੈ, ਤਾਂ ਉੱਥੇ ਕਨਫਿਊਜ਼ਨ ਹੋ ਜਾਂਦੀ ਹੈ ਕਿ ਬੋਧ ਕਰਨਾ ਕੌਸ਼ਲ ਦਾ ਕੀ ਮਤਲਬ ਹੋਏਗਾ। ਤਾਂ ਇਸਦਾ ਮਤਲਬ ਕੋਈ ਅਲੱਗ ਨਹੀਂ ਹੈ, ਮਤਲਬ ਉਹ ਕਿਹਦੀ ਗੱਲ ਕਰ ਰਿਹਾ, ਪੜ੍ਹਨ ਦੀ ਹੀ ਗੱਲ ਕਰ ਰਿਹਾ। ਤਾਂ ਸਿਰਫ ਇਹਨਾਂ ਚੀਜ਼ਾਂ ਨੂੰ ਨਹੀਂ ਬਲਕਿ ਉਹਨਾਂ ਦੇ ਜੋ ਅਲੱਗ-ਅਲੱਗ ਨਾਮ ਨੇ ਉਹਨਾਂ ਨੂੰ ਵੀ ਆਪਣੇ ਮਾਈਂਡ ਦੇ ਵਿੱਚ ਰੱਖੋ, ਠੀਕ ਹੈ ਜੀ। ਤਾਂ ਕਿ ਅਗਰ ਕੁਐਸਚਨ ਆਉਂਦਾ ਹੁੰਦਾ ਬਟ ਨਾਮਾਂ ਦੇ ਕਾਰਨ ਆਪਾਂ ਕਨਫਿਊਜ਼ ਹੋ ਜਾਂਦੇ ਹਾਂ।
ਤੇ ਲੱਗਦਾ ਕਿ ਆਊਟ ਆਫ ਸਿਲੇਬਸ ਆਇਆ, ਬਟ ਐਵੇਂ ਦਾ ਕੁਝ ਨਹੀਂ ਹੁੰਦਾ। ਨੈਕਸਟ ਅਗਰ ਆਪਾਂ ਗੱਲ ਕਰੀਏ, ਹੁਣ ਆਪਾਂ ਸਮਝ ਲਿਆ ਕਿ ਪੜ੍ਹਨਾ ਕੁਐਸਚਨ ਹੁੰਦਾ ਕੀ ਹੈ, ਠੀਕ ਹੈ। ਅੱਗੇ ਅਗਰ ਆਪਾਂ ਗੱਲ ਕਰੀਏ, ਪੜ੍ਹਨ ਦੀਆਂ ਅਲੱਗ-ਅਲੱਗ ਵਿਧੀਆਂ ਹੁੰਦੀਆਂ ਨੇ, ਠੀਕ ਹੈ। ਹੁਣ ਅਗਰ ਸਭ ਤੋਂ ਪਹਿਲਾਂ ਤਾਂ ਵਰਨਮਾਲਾ ਜੋ ਹੈ ਉਹ ਪੜ੍ਹਨੀ ਸਿਖਾਈ ਜਾਂਦੀ ਹੈ, ਠੀਕ ਹੈ। ਇਹ ਸਾਰਾ ਕੁਝ ਪ੍ਰੋਪਰ ਸਿਖਾਇਆ ਜਾਂਦਾ, ਧੁਨੀਆਂ ਹੋ ਗਈਆਂ ਜਾਂ ਅੱਖਰ ਆਪਾਂ ਕਹਿ ਦਿੰਦੇ ਹਾਂ ਬਿਲਕੁਲ ਸਟਾਰਟਿੰਗ ਦੇ ਵਿੱਚ ਛੋਟੇ ਬੱਚਿਆਂ ਨੂੰ। ਉਚਾਰਨ ਕਿਸ ਤਰੀਕੇ ਨਾਲ ਕਰਨਾ ਹੈ, ਠੀਕ ਹੈ। ਦੇ ਨਾਲ ਅਗਰ ਕੰਨਾ ਆ ਜਾਂਦਾ ਹੈ ਤਾਂ ਉਸਨੂੰ ਆਪਾਂ ਆ ਬੋਲਦੇ ਹਾਂ, ਇਸ ਤਰੀਕੇ ਨਾਲ ਉਚਾਰਨ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ, ਠੀਕ ਹੈ। ਸ਼ਬਦ ਵਿਧੀ ਹੋ ਗਈ, ਜਿਵੇਂ ਜਿਵੇਂ ਦੇਖ ਰਹੇ ਨੇ ਉਵੇਂ ਉਵੇਂ ਬੋਲਣਾ। ਪੜ੍ਹ ਕੇ ਬੋਲਣਾ ਮਤਲਬ ਦੇਖ ਕੇ ਬੋਲਣਾ ਦਾ ਮਤਲਬ ਇਹ ਹੋ ਗਿਆ ਜਿਵੇਂ ਜਿਵੇਂ ਆਪਾਂ ਦੇਖ ਰਹੇ ਹਾਂ, ਬੁੱਕ ਦੇ ਵਿੱਚੋਂ ਰੀਡ ਕਰ ਰਹੇ ਹਾਂ, ਉਵੇਂ ਉਵੇਂ ਆਪਾਂ ਬੋਲ ਰਹੇ ਹਾਂ, ਠੀਕ ਹੈ। ਵਾਕੰਸ਼ ਵਿਧੀ, ਛੋਟੇ ਛੋਟੇ ਜੋ ਸ਼ਬਦ ਹੁੰਦੇ ਨੇ ਵਾਕੰਸ਼ ਹੁੰਦੇ ਨੇ। ਵਾਕ ਵਿਧੀ, ਠੀਕ ਆ। ਕਹਾਣੀ ਵਿਧੀ, ਕਵਿਤਾ ਵਿਧੀ, ਠੀਕ ਹੈ। ਯੰਤਰ ਵਿਧੀ ਮਤਲਬ ਲਿੰਗੋਫੋਨ ਜਾਂ ਗ੍ਰਾਮੋਫੋਨ ਦੀ ਵਰਤੋਂ ਕਰਕੇ ਆਪਾਂ ਪ੍ਰੈਕਟੀਕਲੀ ਬੱਚਿਆਂ ਨੂੰ ਸਿਖਾ ਸਕਦੇ ਹਾਂ ਕਿ ਪੜ੍ਹਿਆ ਕਿਵੇਂ ਜਾਂਦਾ ਹੈ, ਠੀਕ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੇ, ਇਹ ਵਿਧੀਆਂ ਨੇ, ਠੀਕ ਹੈ। ਇਹਨਾਂ ਦਾ ਯੂਜ਼ ਕਰਕੇ ਆਪਾਂ ਵਧੀਆ ਤਰੀਕੇ ਨਾਲ ਜੋ ਪੜ੍ਹਨ ਦੀਆਂ ਵਿਧੀਆਂ ਨੇ, ਮਤਲਬ ਬੱਚਿਆਂ ਦੇ ਜੋ ਪੜ੍ਹਨ ਦੀ ਕੁਆਲਿਟੀ ਹੈ ਉਸਨੂੰ ਇੰਪਰੂਵ ਕੀਤਾ ਜਾ ਸਕਦਾ। ਔਰ ਇਹਦੇ ਵਿੱਚ ਕੁਝ ਵੀ ਐਕਸਟਰਾ ਨਹੀਂ ਹੈ। ਦੇਖੋ ਸਭ ਤੋਂ ਪਹਿਲਾਂ ਕੀ ਹੁੰਦਾ, ਕਿ ਸੀਰੀਜ਼ ਦੇ ਵਿੱਚ ਅਗਰ ਆਪਾਂ ਲੈ ਕੇ ਚੱਲੀਏ, ਬੱਚਾ ਸਭ ਤੋਂ ਪਹਿਲਾਂ ਵਰਨਮਾਲਾ ਤੋਂ ਸਿੱਖਦਾ, ਠੀਕ ਹੈ। ਉਸਨੂੰ ਉਚਾਰਨ ਕਿਵੇਂ ਕਰਨਾ ਹੈ, ਫਿਰ ਹੌਲੀ ਹੌਲੀ ਸ਼ਬਦਾਂ ਤੇ ਆਉਂਦਾ। ਸ਼ਬਦ ਤੋਂ ਬਾਅਦ ਕੀ ਆਉਂਦੇ ਨੇ, ਵਾਕੰਸ਼ ਆਉਂਦੇ ਨੇ। ਵਾਕੰਸ਼ ਕੀ ਹੁੰਦੇ ਨੇ, ਜੋ ਵਾਕ ਤੋਂ ਛੋਟੇ ਹੁੰਦੇ ਨੇ ਔਰ ਸ਼ਬਦਾਂ ਤੋਂ 3-4 ਸ਼ਬਦਾਂ ਤੋਂ ਮਿਲਾ ਕੇ ਬਣਦੇ ਨੇ, ਠੀਕ ਹੈ। ਉਸ ਤੋਂ ਬਾਅਦ ਵਾਕ ਆ ਜਾਂਦਾ ਜੀ, ਠੀਕ ਹੈ। ਉਸ ਤੋਂ ਬਾਅਦ ਕਹਾਣੀ, ਕਵਿਤਾ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਯੰਤਰ ਵਿਧੀ ਨਾਲ ਵੀ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਜਾ ਸਕਦਾ। ਜਿਵੇਂ ਜਿਵੇਂ ਬੱਚੇ ਦਾ ਲੈਵਲ ਅਪ ਹੁੰਦਾ ਜਾਂਦਾ, ਉਵੇਂ ਉਵੇਂ ਉਸ ਦੀਆਂ ਵਿਧੀਆਂ ਦੇ ਵਿੱਚ ਵੀ ਆਪਾਂ ਨੂੰ ਚੇਂਜਸ ਦੇਖਣ ਨੂੰ ਮਿਲਦੇ ਨੇ। ਤਾਂ ਇਹਨਾਂ ਸਾਰੀਆਂ ਵਿਧੀਆਂ ਦਾ ਯੂਜ਼ ਕਰਕੇ ਆਪਾਂ ਇੱਕ ਵਧੀਆ ਲਰਨਿੰਗ ਹੈ ਜੋ ਕਰਵਾ ਸਕਦੇ ਹਾਂ। ਨੈਕਸਟ ਅਗਰ ਆਪਾਂ ਗੱਲ ਕਰੀਏ, ਵਾਚਨ ਜਾਂ ਪੜ੍ਹਾਈ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ। ਹੁਣ ਪੜ੍ਹਾਈ ਗੱਲ ਕਰ ਲਓ ਜਾਂ ਵਾਚਨ ਕਰ ਲਓ ਜਾਂ, ਠੀਕ ਹੈ, ਹੋਰ ਵੀ ਜੋ ਨਾਮ ਨੇ ਆਪਾਂ ਹੋਰ ਯੂਜ਼ ਕਰ ਸਕਦੇ ਹਾਂ ਇੱਥੇ। ਤਾਂ ਉਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ, ਉਸ ਦੀਆਂ 2 ਕਿਸਮਾਂ ਹੁੰਦੀਆਂ ਨੇ। ਕਿਹੜੀਆਂ ਹੁੰਦੀਆਂ ਨੇ, ਸੂਖਮ ਪੜ੍ਹਾਈ ਤੇ ਸਥੂਲ ਪੜ੍ਹਾਈ, ਠੀਕ ਹੈ। ਹੁਣ ਪੜ੍ਹਾਈ ਵੀ 2 ਤਰ੍ਹਾਂ ਦੀ, ਇੱਕ ਤਰੀਕੇ ਨਾਲ ਤੁਸੀਂ ਐਵੇਂ ਲਗਾ ਲਓ ਕਿ ਪੜ੍ਹਾਈ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਜੋ ਆਪਾਂ ਆਪਣੀ ਐਜੂਕੇਸ਼ਨ ਫੀਲਡ ਲਈ ਪੜ੍ਹਦੇ ਹਾਂ, ਜਿਵੇਂ ਇੱਕ ਬੱਚਾ ਸਕੂਲ ਜਾਂਦਾ ਹੈ, ਠੀਕ ਹੈ, ਉਹ ਆਪਣੇ ਸਕੂਲ ਦੀਆਂ ਬੁੱਕਸ ਪੜ੍ਹਦਾ ਹੈ। ਉਸਨੂੰ ਬਹੁਤ ਸਾਰੀਆਂ ਬੁੱਕਸ ਨੇ ਜੋ ਸਕੂਲ ਦੇ ਵਿੱਚ ਓਬਵੀਅਸ ਚੀਜ਼ ਦਾ ਹੁੰਦੀ ਹੈ, ਠੀਕ ਹੈ। ਤਾਂ ਆਪਣੀਆਂ ਬੁੱਕਸ ਨੂੰ ਪੜ੍ਹਦਾ ਹੈ, ਆਪਣੇ ਪਾਠਕ੍ਰਮ ਦੇ ਅਕੋਰਡਿੰਗ ਪੜ੍ਹਦਾ ਹੈ, ਠੀਕ ਹੈ। ਦੂਸਰੀ ਪੜ੍ਹਾਈ ਦੇ ਵਿੱਚ ਕੀ ਆ ਜਾਂਦਾ, ਜੋ ਉਹ ਐਕਸਟਰਾ ਪੜ੍ਹਦਾ ਹੈ, ਜਿਵੇਂ ਕਾਮਿਕਸ ਨੂੰ ਪੜ੍ਹਨਾ, ਨਿਊਜ਼ਪੇਪਰ ਨੂੰ ਪੜ੍ਹਨਾ, ਮੈਗਜ਼ੀਨ ਨੂੰ ਪੜ੍ਹਨਾ, ਉਹ ਸਾਰਾ ਕੁਛ ਇਹਦੇ ਵਿੱਚ ਆਉਂਦਾ ਹੈ, ਠੀਕ ਹੈ। ਤਾਂ ਦੇਖਦੇ ਹਾਂ ਕਿਸ ਤਰੀਕੇ ਨਾਲ ਇਹਨੂੰ ਅੱਗੇ ਕੰਪਲੀਟਲੀ ਸਟੱਡੀ ਕਰਦੇ ਹਾਂ। ਤਾਂ ਪਹਿਲੀ ਕਿਸਮ ਆ ਜਾਂਦੀ ਹੈ ਸੁਖਮ, ਦੂਸਰੀ ਆ ਜਾਂਦੀ ਹੈ ਸਥੂਲ। ਹੁਣ ਦੇਖੋ ਸਭ ਤੋਂ ਪਹਿਲਾਂ ਤਾਂ ਸੁਖਮ ਪੜ੍ਹਾਈ ਕਿਹੜੀ ਹੁੰਦੀ ਹੈ, ਜੋ ਆਪਣੇ ਪਾਠਕ੍ਰਮ ਨਾਲ ਰਿਲੇਟਡ ਹੁੰਦੀ ਹੈ। ਆਪਾਂ ਕਿਸੇ ਐਜੂਕੇਸ਼ਨ ਮਤਲਬ ਜੇਕਰ ਆਪਾਂ ਗੱਲ ਕਰੀਏ, ਕਿਸੇ ਆਪਣੇ ਪਾਠਕ੍ਰਮ ਨਾਲ ਰਿਲੇਟਡ ਜੋ ਵੀ ਸਟੱਡੀ ਹੁੰਦੀ ਹੈ ਉਸਨੂੰ ਆਪਾਂ ਸੁਖਮ ਪੜ੍ਹਾਈ ਕਹਿੰਦੇ ਹਾਂ, ਠੀਕ ਹੈ। ਪਾਠ ਪੁਸਤਕਾਂ ਹੋ ਗਈਆਂ ਜਾਂ ਪਾਠਕ੍ਰਮ ਦਾ ਡੂੰਘਾ ਅਧਿਐਨ ਕਰਨਾ, ਠੀਕ ਹੈ ਜੀ, ਜੋ ਆਪਣੇ ਐਜੂਕੇਸ਼ਨ ਨਾਲ ਰਿਲੇਟਡ ਹੁੰਦੀ ਹੈ। ਹੁਣ ਇਸ ਦਾ ਉਦੇਸ਼ ਕੀ ਹੈ, ਹਰ ਇੱਕ ਚੀਜ਼ ਦਾ ਉਦੇਸ਼ ਹੁੰਦਾ, ਠੀਕ ਹੈ। ਤਾਂ ਸੁਖਮ ਪੜ੍ਹਾਈ ਅਗਰ ਆਪਾਂ ਕਰ ਰਹੇ ਹਾਂ ਤਾਂ ਉਸਦਾ ਕੋਈ ਨਾ ਕੋਈ ਮੋਟਿਵ ਤਾਂ ਹੋਏਗਾ ਨਾ, ਉਦੇਸ਼ ਤਾਂ ਹੋਏਗਾ, ਠੀਕ ਹੈ। ਉਸਦਾ ਉਦੇਸ਼ ਕੀ ਹੁੰਦਾ, ਦੇਖੋ ਜੇਕਰ ਆਪਾਂ ਐਜੂਕੇਸ਼ਨ ਦੇ ਵੱਲ ਜਾਵਾਂਗੇ, ਆਪਣੀ ਪਾਠਕ੍ਰਮ ਨੂੰ ਚੰਗੇ ਤਰੀਕੇ ਨਾਲ ਸਟੱਡੀ ਕਰਾਂਗੇ ਤਾਂ ਕੀ ਹੋਏਗਾ, ਆਪਣੇ ਸ਼ਬਦ ਭੰਡਾਰ ਵਿੱਚ ਵਾਧਾ ਹੋਏਗਾ ਅਤੇ ਆਪਣੇ ਗਿਆਨ ਭੰਡਾਰ ਵਿੱਚ ਵਾਧਾ ਹੋਏਗਾ। ਸ਼ਬਦ ਭੰਡਾਰ ਮਤਲਬ ਆਪਣੀ ਲੈਂਗੁਏਜ ਦੇ ਵਿੱਚ ਸੁਧਾਰ ਆਊਗਾ, ਗਿਆਨ ਭੰਡਾਰ ਮਤਲਬ ਆਪਣੀ ਨੌਲੇਜ ਜੋ ਹੈ ਉਹ ਵਧੂਗੀ, ਠੀਕ ਹੈ ਜੀ। ਨੌਲੇਜ ਇਨਕਰੀਜ਼ ਹੋਏਗੀ, ਆਪਾਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੇਗਾ, ਕਿਉਂਕਿ ਜੋ ਆਪਣੇ ਪਾਠਕ੍ਰਮ ਹੁੰਦਾ ਉਸ ਦੇ ਵਿੱਚ ਜੋ ਵੀ ਆਪਾਂ ਨੂੰ ਸਿੱਖਣ ਨੂੰ ਮਿਲਦਾ ਉਹ ਕਿਤੇ ਨਾ ਕਿਤੇ ਆਪਣੇ ਲੈਵਲ ਦੇ ਅਕੋਰਡਿੰਗ ਤੇ ਆਪਣੀ ਨੌਲੇਜ ਨੂੰ ਵਧਾਉਣ ਲਈ ਹੀ ਹੁੰਦਾ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਉਚਾਰਨ ਸ਼ੁੱਧ ਅਤੇ ਸਪਸ਼ਟ ਕਰਨਾ। ਬਹੁਤ ਸਾਰੇ ਬੱਚੇ ਐਵੇਂ ਦੇ ਹੁੰਦੇ ਆ, ਜੋ ਛੋਟੇ ਬੱਚੇ ਦੀ ਅਗਰ ਆਪਾਂ ਗੱਲ ਕਰੀਏ, ਕਿਉਂਕਿ ਇੱਥੇ ਆਪਾਂ ਭਾਸ਼ਾ ਸਿੱਖਣ ਦੀ ਗੱਲ ਕਰ ਰਹੇ ਹਾਂ, ਜਦੋਂ ਉਹ ਪੜ੍ਹਨਾ ਸਿੱਖ ਰਿਹਾ ਹੁੰਦਾ ਤਾਂ ਉਹਨਾਂ ਦਾ ਉਚਾਰਨ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਾਂ ਬਹੁਤ ਸਾਰੇ ਸ਼ਬਦਾਂ ਨੂੰ ਲੈ ਕੇ ਸਹੀ ਨਹੀਂ ਹੁੰਦਾ। ਤਾਂ ਜਦੋਂ ਉਹਨਾਂ ਦਾ ਪਾਠਕ੍ਰਮ ਸਹੀ ਤਰੀਕੇ ਨਾਲ ਕਰਵਾਇਆ ਜਾਂਦਾ, ਉਹਨਾਂ ਨੂੰ ਵਾਰ-ਵਾਰ ਪੜ੍ਹਾਇਆ ਜਾਂਦਾ, ਤਾਂ ਉਹ ਸਾਰਾ ਕੁਛ ਉਹਨਾਂ ਦੀਆਂ ਜੋ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਂਦਾ, ਠੀਕ ਹੈ। ਜਿਹਦੇ ਵਿੱਚ ਇੱਕ ਇਹ ਵੀ ਆ ਜਾਂਦੀ ਹੈ ਕਿ ਉਹਨਾਂ ਦਾ ਜੋ ਉਚਾਰਨ ਹੈ ਉਹ ਸਹੀ ਕੀਤਾ ਜਾਂਦਾ, ਸ਼ੁੱਧ ਕੀਤਾ ਜਾਂਦਾ। ਪੜ੍ਹਨ ਰੁਚੀ ਪੈਦਾ ਕਰਨਾ, ਪੜ੍ਹਨ ਲਈ ਬੱਚਿਆਂ ਦੇ ਵਿੱਚ ਰੁਚੀ ਪੈਦਾ ਕਰਨਾ ਜੋ ਕਿ ਇੱਕ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਵਾਚਨ ਦੀਆਂ ਭਿੰਨ-ਭਿੰਨ ਸ਼ੈਲੀਆਂ ਬਾਰੇ ਉਹਨਾਂ ਨੂੰ ਜਾਣਕਾਰੀ ਦੇਣਾ, ਮਤਲਬ ਉਸ ਤੋਂ ਬਾਅਦ ਆ ਜਾਂਦਾ ਵਿਤਰਕ ਦੀ ਯੋਗਤਾ ਦਾ ਵਿਕਾਸ ਕਰਨਾ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਜੀ ਲੌਜੀਕਲ ਥਿੰਕਿੰਗ ਦਾ, ਮਤਲਬ ਆਪਾਂ ਕਹਿ ਸਕਦੇ ਹਾਂ ਕਿ ਯੋਗਤਾ ਦਾ ਵਿਕਾਸ ਕਰਨਾ ਮਤਲਬ ਉਹਨਾਂ ਦੇ ਮਾਨਸਿਕ ਵਿਕਾਸ ਦਾ ਇੱਕ ਪਾਰਟ ਹੋ ਗਿਆ। ਭਾਵਾਂ ਅਨੁਸਾਰ, ਆਪਣੇ ਵਿਸ਼ਰਾਮ ਚਿੰਨ੍ਹਾਂ ਅਨੁਸਾਰ ਪੜ੍ਹਨਾ ਸਿਖਾਉਣਾ। ਹੁਣ ਜਿਵੇਂ ਪੜ੍ਹਨ ਦਾ ਮਤਲਬ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਬਿਲਕੁਲ ਸਟ੍ਰੇਟ ਪੜ੍ਹਨਾ ਨਹੀਂ ਹੁੰਦਾ। ਫੋਰ ਐਗਜ਼ਾਮਪਲ ਇੱਥੇ ਇੱਕ ਆਪਾਂ ਕੋਈ ਕਹਾਣੀ ਪੜ੍ਹ ਰਹੇ ਹਾਂ ਜਾਂ ਇਕਾਂਗੀ ਪੜ੍ਹ ਰਹੇ ਹਾਂ, ਜਿਹਦੇ ਵਿੱਚ ਇੱਕ ਪਰਸਨ ਜੋ ਹੈ ਬੋਲ ਰਿਹਾ ਹੈ ਅਤੇ ਨਾਲ ਨਾਲ ਉਸਦੇ ਭਾਵਾਂ ਨੂੰ ਚਿੰਨ੍ਹਾਂ ਅਨੁਸਾਰ, ਕਿਉਂਕਿ ਜਦੋਂ ਲਿਖਿਆ ਜਾਂਦਾ ਹੈ ਤਾਂ ਭਾਵਾਂ ਨੂੰ ਚਿੰਨ੍ਹਾਂ ਨਾਲ ਰਿਪਰਜੈਂਟ ਕੀਤਾ ਜਾਂਦਾ। ਅਗਰ ਖੁਸ਼ ਹੈ ਤਾਂ ਵਾਹ ਦੇ ਪਿੱਛੇ ਆਪਾਂ ਇਹ ਵਰਡ, ਇਹ ਵਾਲਾ ਚਿੰਨ੍ਹ ਜੋ ਲਗਾਉਂਦੇ ਹਾਂ, ਠੀਕ ਹੈ। ਅਤੇ ਇਸ ਤਰੀਕੇ ਨਾਲ ਚਿੰਨ੍ਹਾਂ ਦੇ ਨਾਲ ਰਿਪਰਜੈਂਟ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਪੜ੍ਹਿਆ ਜਾਵੇ, ਉਹਨਾਂ ਭਾਵਾਂ ਨਾਲ ਹੀ ਪੜ੍ਹਿਆ ਜਾਵੇ, ਵਿਸ਼ਰਾਮ ਚਿੰਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਪੜ੍ਹਿਆ ਜਾਵੇ। ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਪੜ੍ਹਨਾ ਲਗਾਤਾਰ ਪੜ੍ਹਨਾ ਨਹੀਂ ਹੁੰਦਾ। ਜਦੋਂ ਆਪਾਂ ਪੜ੍ਹਨਾ ਕੌਸ਼ਲ ਦੱਸ ਰਹੇ ਸੀ ਉਦੋਂ ਵੀ ਮੈਂ ਇਹੀ ਗੱਲ ਰਿਪੀਟ ਕੀਤੀ ਸੀ। ਉਦੋਂ ਅਗਰ ਆਪਾਂ ਗੱਲ ਕਰੀਏ ਪ੍ਰੀਖਿਆਵਾਂ ਦੀ ਤਿਆਰੀ, ਓਬਵੀਅਸਲੀ ਇੱਕ ਮੇਨ ਮੋਟਿਵ ਤਾਂ ਇਹੀ ਹੁੰਦਾ, ਠੀਕ ਹੈ।
ਪ੍ਰੀਖਿਆਵਾਂ ਦੀ ਤਿਆਰੀ ਇੱਕ ਮੇਨ ਮੋਟਿਵ ਅੱਜ ਕੱਲ੍ਹ ਬਣ ਗਿਆ ਹੈ, ਬਟ ਆਪਣਾ ਮੇਨ ਮੋਟਿਵ ਹੋਣਾ ਕੀ ਚਾਹੀਦਾ ਕਿ ਬੱਚੇ ਦੀ ਜੋ ਐਜੂਕੇਸ਼ਨ ਹੈ ਇਸ ਤਰੀਕੇ ਨਾਲ ਹੋ ਸਕੇ ਕਿ ਉਸਦੇ ਨੌਲੇਜ ਦੇ ਵਿੱਚ ਇੰਪਰੂਵਮੈਂਟ ਹੋਵੇ। ਠੀਕ ਹੈ ਜੀ, ਉਮੀਦ ਹੈ ਇਹ ਸਾਰੇ ਪੁਆਇੰਟ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਕਿ ਜੋ ਸੁਖਮ ਪਾਠ ਹੈ ਉਸ ਦਾ ਉਦੇਸ਼ ਕੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਅਧਿਆਪਨ ਦੁਆਰਾ ਸੁਖਮ ਪਾਠ ਦੀਆਂ ਕਿਹੜੀਆਂ ਵਿਧੀਆਂ ਨੇ ਜੋ ਉਹ ਅਪਣਾਈਆਂ ਜਾਣੀਆਂ ਚਾਹੀਦੀਆਂ ਨੇ, ਮਤਲਬ ਅਧਿਆਪਕ ਇੱਦਾਂ ਦੀਆਂ ਕਿਹੜੀਆਂ ਆਪਾਂ ਵਿਧੀਆਂ ਦਾ ਕਹਿ ਸਕਦੇ ਹਾਂ ਜਾਂ ਮੈਥਡ ਦਾ ਕਹਿ ਸਕਦੇ ਹਾਂ ਕਿ ਇੱਦਾਂ ਦੇ ਕਿਹੜੇ ਮੈਥਡ ਦਾ ਯੂਜ਼ ਕਰ ਸਕਦਾ ਕਿ ਉਹ ਹੋਰ ਜ਼ਿਆਦਾ ਇੰਟਰਸਟਿੰਗ ਵੇ ਨਾਲ ਜੋ ਐਜੂਕੇਸ਼ਨ ਹੈ ਜਾਂ ਪੜ੍ਹਨਾ ਹੈ ਉਹ ਬੱਚਿਆਂ ਨੂੰ ਸਿਖਾ ਸਕੇ। ਤਾਂ ਸਭ ਤੋਂ ਪਹਿਲਾਂ ਤਾਂ ਮੌਖਿਕ ਗੱਲਬਾਤ, ਠੀਕ ਹੈ, ਚਾਹੀਦਾ ਹੈ ਕਿ ਗੱਲਬਾਤ ਟੀਚਰਸ ਬੱਚਿਆਂ ਨਾਲ ਕਰਦੇ ਰਹਿਣ ਤਾਂ ਕਿ ਉਹਨਾਂ ਦੇ ਜੋ ਅਗਰ ਗੱਲਬਾਤ ਕਰਨਗੇ ਟੀਚਰਸ ਬੱਚਿਆਂ ਨਾਲ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਬੱਚੇ ਕੋਲ ਪਹਿਲਾਂ ਤੋਂ ਕਿੰਨੀ ਨੌਲੇਜ ਹੈ, ਜ਼ਿਆਦਾ ਹੈ, ਘੱਟ ਹੈ ਜਾਂ ਲੈਵਲ ਐਵਰੇਜ ਹੈ, ਉਸ ਦੇ ਅਕੋਰਡਿੰਗ ਉਸ ਦੇ ਵਿੱਚ ਹੋਰ ਸੁਧਾਰ ਕੀਤਾ ਜਾ ਸਕਦਾ ਹੈ। ਠੀਕ ਹੈ, ਤਾਂ ਕਿਸ ਤਰੀਕੇ ਦੇ ਇਨਵਾਇਰਮੈਂਟ ਦੇ ਵਿੱਚੋਂ ਹੈ ਤਾਂ ਕਿ ਉਸਨੂੰ ਉਸੇ ਤਰੀਕੇ ਦੀ ਐਜੂਕੇਸ਼ਨ ਮਤਲਬ ਉਸ ਤਰੀਕੇ ਨਾਲ ਉਸਨੂੰ ਪੜ੍ਹਾਇਆ ਜਾ ਸਕੇ। ਮਤਲਬ ਗੱਲਬਾਤ ਕਰਨੀ ਜ਼ਰੂਰੀ ਹੈ ਜਿਹਦੇ ਨਾਲ ਉਸਨੂੰ ਆਪਾਂ ਇਹ ਕਹਿ ਸਕਦੇ ਕਿ ਜੋ ਪ੍ਰੀਵੀਅਸ ਉਸਦੀ ਨੌਲੇਜ ਹੈ ਜਾਂ ਜਿੰਨਾ ਹੁਣ ਤੱਕ ਉਸਨੂੰ ਆਉਂਦਾ ਹੈ ਉਹਦੇ ਬਾਰੇ ਟੀਚਰ ਨੂੰ ਗਿਆਨ ਹੋ ਸਕੇ। ਆਦਰਸ਼ ਵਾਚਨ ਆ ਗਿਆ, ਠੀਕ ਹੈ, ਅਧਿਆਪਕ ਦੁਆਰਾ ਪੜ੍ਹਾਉਣਾ ਇੱਕ ਸਹੀ ਤਰੀਕੇ ਨਾਲ ਆਦਰਸ਼ ਕਰਨਾ ਆਦਰਸ਼ ਵਾਚਨ ਆਪਾਂ ਕਹਿ ਸਕਦੇ ਹਾਂ ਕਿ ਸਹੀ ਤਰੀਕੇ ਨਾਲ ਉਹਨਾਂ ਨੂੰ ਪ੍ਰੋਪਰਲੀ ਐਜੂਕੇਸ਼ਨ ਇੱਕ ਟੀਚਰ ਨੂੰ ਦੇਣੀ ਚਾਹੀਦੀ ਹੈ। ਅਧਿਆਪਕ ਜੋ ਪੜ੍ਹਾ ਰਿਹਾ ਬਿਲਕੁਲ ਇੱਕ ਆਦਰਸ਼ ਰੂਪ ਦੇ ਵਿੱਚ ਉਹਨਾਂ ਨੂੰ ਹਰ ਇੱਕ ਬੱਚੇ ਨੂੰ ਇਕੁਅਲ ਸਮਝ ਕੇ ਇਕੁਅਲਿਟੀ ਦੇ ਵਿੱਚ ਪੜ੍ਹਾਉਣਾ ਚਾਹੀਦਾ ਹੈ। ਅਨੁਕਰਨ ਹੋ ਗਿਆ, ਅਨੁਕਰਨ ਦਾ ਮਤਲਬ ਹੋ ਗਿਆ ਕਿ ਨਕਲ ਕਰਨਾ। ਠੀਕ ਹੈ, ਹੁਣ ਬੱਚੇ ਕੀ ਕਰਦੇ ਆ, ਟੀਚਰ ਦੀ ਨਕਲ ਕਰਦੇ ਤਾਂ ਸੋ ਜਿਵੇਂ ਟੀਚਰ ਪੜ੍ਹੇਗਾ, ਫੋਰ ਐਗਜ਼ਾਮਪਲ ਪੜ੍ਹਦੇ ਹੋਏ ਟੀਚਰ ਵੀ ਕਿਸੇ ਗੱਲ ਦਾ ਧਿਆਨ ਨਹੀਂ ਰੱਖ ਰਿਹਾ, ਲਗਾਤਾਰ ਪੜ੍ਹ ਰਿਹਾ, ਵਿਸ਼ਰਾਮ ਚਿੰਨ੍ਹਾਂ ਦਾ ਧਿਆਨ ਨਹੀਂ ਰੱਖ ਰਿਹਾ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਨਹੀਂ ਰੱਖ ਰਿਹਾ, ਸਪੀਡ ਬਹੁਤ ਤੇਜ਼ ਹੈ ਜਾਂ ਬਹੁਤ ਹੌਲੀ ਹੈ, ਤਾਂ ਬੱਚੇ ਵੀ ਇਹਨਾਂ ਚੀਜ਼ਾਂ ਨੂੰ ਕਾਪੀ ਕਰਦੇ ਹਨ। ਸੋ ਬੱਚੇ ਟੀਚਰ ਨੂੰ ਦੇਖ ਕੇ ਸਿੱਖਦੇ ਹਨ, ਉਹਨਾਂ ਦੀ ਨਕਲ ਕਰਦੇ ਹਨ, ਤਾਂ ਟੀਚਰ ਨੂੰ ਚਾਹੀਦਾ ਹੈ ਕਿ ਉਹ ਖੁਦ ਵੀ ਪਹਿਲਾਂ ਬਹੁਤ ਚੰਗੇ ਤਰੀਕੇ ਨਾਲ ਰਿਪਰੈਜ਼ੈਂਟ ਕਰੇ। ਸ਼ਬਦ ਵਾਕੰਸ਼ ਅਤੇ ਮੁਹਾਵਰਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮਤਲਬ ਹੁਣ ਅਗਰ ਉਹ ਪੜ੍ਹਨਾ ਸਿੱਖਣਾ ਚਾਹੁੰਦੇ ਹਨ ਤਾਂ ਮੁਹਾਵਰੇ ਹੋ ਜਾਂਦੇ ਨੇ, ਪੰਜਾਬੀ ਭਾਸ਼ਾ ਦੇ ਵਿੱਚ ਜੋ ਵਾਕੰਸ਼ ਹੋ ਜਾਂਦੇ ਨੇ ਜਾਂ ਸ਼ਬਦ ਹੋ ਜਾਂਦੇ ਨੇ ਉਹਨਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਨੀ ਚਾਹੀਦੀ ਹੈ, ਸਹੀ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਵਿਆਕਰਨ ਦਾ ਕੰਮ ਨਾਲ ਦੱਸਣਾ ਚਾਹੀਦਾ ਹੈ। ਵਿਆਕਰਨ ਬਹੁਤ ਇੰਪੋਰਟੈਂਟ ਪਾਰਟ ਹੁੰਦਾ ਕਿਸੇ ਵੀ ਭਾਸ਼ਾ ਦਾ। ਠੀਕ ਹੈ ਜੀ, ਦੁਹਰਾਈ ਵਾਸਤੇ ਤਾਂ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਦੁਹਰਾਈ ਜਾਂ ਡਰਿਲ ਵਿਧੀ, ਮਤਲਬ ਦੁਹਰਾਈ ਦਾ ਮਤਲਬ ਆਪਾਂ ਇਹ ਕਹਿ ਸਕਦੇ ਕਿ ਉਹਨਾਂ ਨੂੰ ਨਾਲ ਰਿਵੀਜ਼ਨ ਦੇ ਜਾਂ ਫਿਰ ਕੋਰੋ ਲਰਨ ਕਰਨਾ ਜਾਂ ਫਿਰ ਰਿਵੀਜ਼ਨ, ਇਹ ਸਾਰਾ ਕੁਛ ਅਗਰ ਘਰ ਦਾ ਮਤਲਬ ਆਪਾਂ ਇਹ ਕਹਿ ਸਕਦੇ ਕਿ ਜਿਸ ਨੂੰ ਘਰ ਦਾ ਕੰਮ ਵੀ ਕਿਹਾ ਜਾਂਦਾ, ਇੱਕ ਪਾਰਟ ਆ ਜਾਂਦਾ ਕਿ ਅਗਰ ਘਰ ਦਾ ਕੰਮ ਦਿੱਤਾ ਜਾਵੇ ਤਾਂ ਬੱਚੇ ਨੇ ਅੱਜ ਜੋ ਸਕੂਲ ਦੇ ਵਿੱਚ ਲਰਨ ਕੀਤਾ ਉਹ ਘਰੇ ਜਾ ਕੇ ਵੀ ਕਰੇਗਾ, ਤਾਂ ਇੱਕ ਤਰੀਕੇ ਨਾਲ ਉਸਦੀ ਦੁਹਰਾਈ ਹੋ ਗਈ। ਠੀਕ ਹੈ, ਤਾਂ ਪੜ੍ਹਨਾ ਮਤਲਬ ਨਾਲ ਰਿਪੀਟੇਸ਼ਨ ਹੁੰਦੀ ਰਹਿਣਾ। ਨੈਕਸਟ ਅਗਰ ਆਪਾਂ ਗੱਲ ਕਰੀਏ ਸੁਖਮ ਪੜ੍ਹਾਈ ਦੇ ਢੰਗ ਕਿਹੜੇ ਹੁੰਦੇ ਹਨ ਜੀ। ਹੁਣ ਸੁਖਮ ਪੜ੍ਹਾਈ ਹੈ ਮਤਲਬ ਇੱਕ ਐਜੂਕੇਸ਼ਨ ਪਾਠਕ੍ਰਮ ਦੀ ਆਪਾਂ ਜੋ ਪੁਸਤਕਾਂ ਨੇ ਆਪਣੇ ਪਾਠਕ੍ਰਮ ਨਾਲ ਰਿਲੇਟਡ ਉਹਨਾਂ ਦੀ ਆਪਾਂ ਸਟੱਡੀ ਕਰ ਰਹੇ ਹਾਂ, ਤਾਂ ਉਸਦੇ ਦੋ ਢੰਗ ਹੁੰਦੇ ਨੇ, ਮੌਨ ਪਾਠ ਕਰਨਾ ਜਾਂ ਉੱਚੀ ਪਾਠ ਕਰਨਾ। ਠੀਕ ਹੈ, ਹੁਣ ਛੋਟੇ ਬੱਚਿਆਂ ਲਈ ਕਿਹੜਾ ਢੰਗ ਸਹੀ ਬੈਠਦਾ ਹੈ, ਉੱਚੀ ਪਾਠ ਕਰਨਾ। ਤੁਸੀਂ ਹਮੇਸ਼ਾ ਦੇਖੋਗੇ ਕਿ ਜਦੋਂ ਛੋਟੇ ਬੱਚੇ ਲੈਸਨ ਰੀਡਿੰਗ ਕਰਦੇ ਹਨ ਜਾਂ ਫਿਰ ਪੜ੍ਹਦੇ ਹਨ ਤਾਂ ਇੱਕ ਬੱਚਾ ਉੱਚੀ ਬੋਲਦਾ ਹੈ ਅਤੇ ਸਾਰੀ ਕਲਾਸ ਉਸਦੇ ਨਾਲ ਮਤਲਬ ਉਸਦੇ ਨਾਲ ਉਹੀ ਸ਼ਬਦ ਜੋ ਹੈ ਦੁਬਾਰਾ ਬੋਲਦੀ ਹੈ। ਠੀਕ ਹੈ, ਮਤਲਬ ਉੱਚੀ ਪਾਠ ਕੀਤਾ ਜਾਂਦਾ ਹੈ। ਜਦੋਂ ਲੈਵਲ ਥੋੜ੍ਹਾ ਜਿਹਾ ਹਾਈ ਹੋ ਜਾਂਦਾ ਹੈ ਆਪਾਂ ਦੇਖਦੇ ਹਾਂ ਕਿ 10th 9th ਤੱਕ ਦੇ ਬੱਚੇ ਹੋ ਜਾਂਦੇ ਨੇ ਜਿਨ੍ਹਾਂ ਦੀ ਆਪਣੀ ਜੋ ਮਾਨਸਿਕ ਸ਼ਕਤੀ ਆ ਉਹ ਪਹਿਲਾਂ ਨਾਲੋਂ ਕਾਫੀ ਸਟਰੋਂਗ ਹੋ ਚੁੱਕੀ ਹੁੰਦੀ ਹੈ, ਤਾਂ ਉਹ ਮੌਨ ਪਾਠ ਕਰਦੇ ਹਨ, ਮਤਲਬ ਸਾਇਲੈਂਟ ਵੇ ਦੇ ਵਿੱਚ ਆਪਣੇ ਮਨ ਦੇ ਵਿੱਚ ਪੜ੍ਹ ਕੇ ਉਸਦੀ ਰੀਡਿੰਗ ਕਰਦੇ ਹਨ ਅਤੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਠੀਕ ਹੈ, ਤਾਂ ਇਹ ਡਿਪੈਂਡ ਕਰਦਾ ਹੈ ਕਿਤੇ ਨਾ ਕਿਤੇ ਲੈਵਲ ਦੇ ਉੱਪਰ ਵੀ। ਠੀਕ ਹੈ, ਅਤੇ ਦੋ ਤਰੀਕੇ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦੇ ਹਨ, ਉੱਚੀ ਪਾਠ ਅਤੇ ਮੌਨ ਪਾਠ। ਉਮੀਦ ਹੈ ਦੋਨੋਂ ਤੁਹਾਨੂੰ ਸਮਝ ਆ ਗਏ ਹੋਣਗੇ। ਨੈਕਸਟ ਅਗਰ ਆਪਾਂ ਗੱਲ ਕਰੀਏ ਸਥੂਲ ਪੜ੍ਹਾਈ ਕੀ ਹੁੰਦੀ ਹੈ, ਪਹਿਲਾਂ ਸੁਖਮ ਪੜ੍ਹਾਈ ਨੂੰ ਥੋੜ੍ਹਾ ਜਿਹਾ ਦੁਬਾਰਾ ਦੇਖ ਲੈਂਦੇ ਹਾਂ ਕਿ ਆਪਾਂ ਸੁਖਮ ਪੜ੍ਹਾਈ ਦੇ ਵਿੱਚ ਕੀ ਕੀਤਾ। ਸਭ ਤੋਂ ਪਹਿਲਾਂ ਤਾਂ ਆਪਾਂ ਪੜ੍ਹਨਾ ਕੌਸ਼ਲ ਦੇਖਿਆ। ਠੀਕ ਹੈ, ਪੜ੍ਹਨਾ ਕੌਸ਼ਲ ਤੋਂ ਬਾਅਦ ਪੜ੍ਹਨ ਦੀਆਂ ਵਿਧੀਆਂ ਦੇਖੀਆਂ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਦੋ ਪਾਰਟਸ ਹੁੰਦੇ ਹਨ ਸੁਖਮ ਅਤੇ ਸਥੂਲ। ਹੁਣ ਸੁਖਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਉਦੇਸ਼ ਦੇਖੇ ਕਿ ਕਿਹੜੇ ਉਦੇਸ਼ ਹੁੰਦੇ ਆ, ਅਧਿਆਪਕ ਕਿਹੜੀਆਂ ਵਿਧੀਆਂ ਦਾ ਵਰਤੋਂ ਕਰਕੇ ਸੁਖਮ ਪੜ੍ਹਾਈ ਹੈ ਜਿਹੜੀ ਉਹ ਕਰਵਾ ਸਕਦਾ। ਠੀਕ ਹੈ, ਅਤੇ ਇਸ ਦੇ ਕਿਹੜੇ ਦੋ ਢੰਗ ਹੁੰਦੇ ਆ, ਉਦੇਸ਼, ਮੈਥਡ, ਵਿਧੀਆਂ ਕਹਿ ਸਕਦੇ ਹੋ ਤੁਸੀਂ, ਅਤੇ ਢੰਗ। ਇਹ ਤਿੰਨ ਚੀਜ਼ਾਂ ਆਪਾਂ ਕਿਹਦੇ ਵਿੱਚ ਸਟੱਡੀ ਕੀਤੀਆਂ ਨੇ, ਸੁਖਮ ਦੇ ਵਿੱਚ। ਹੁਣ ਆ ਜਾਂਦਾ ਜੀ ਸਥੂਲ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜੋ ਸਟੱਡੀ ਹੈ ਉਹ ਸਿਰਫ ਇੰਨੀ ਕੁ ਸੀਮਿਤ ਨਹੀਂ ਹੁੰਦੀ ਕਿ ਆਪਾਂ ਨੇ ਸਕੂਲ ਦੇ ਵਿੱਚ ਬੁੱਕਸ ਪੜ੍ਹੀਆਂ ਔਰ ਵਾਪਸ ਆ ਗਏ, ਇੰਨੀ ਕੁ ਸੀਮਿਤ ਨਹੀਂ ਹੁੰਦੀ ਕਿਸੇ ਵੀ ਪਰਸਨ ਲਈ। ਆਪਾਂ ਐਕਸਟਰਾ ਕੁਛ ਨਾ ਕੁਛ ਸਿੱਖਦੇ ਰਹਿੰਦੇ ਹਾਂ ਜਾਂ ਪੜ੍ਹਦੇ ਰਹਿੰਦੇ ਹਾਂ। ਫੋਰ ਐਗਜ਼ਾਮਪਲ ਪਾਠ ਪੁਸਤਕਾਂ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਪੜ੍ਹਨ ਦੇ ਵਿੱਚ ਜਾਂ ਨੌਲੇਜ ਇੰਪਰੂਵਮੈਂਟ ਕਰਨ ਦੇ ਵਿੱਚ ਸਹਾਇਕ ਹੁੰਦੀਆਂ ਨੇ। ਤਾਂ ਆਪਾਂ ਨੂੰ ਮੋਸਟਲੀ ਬੱਚਿਆਂ ਨੂੰ ਵੀ ਇਹ ਚੀਜ਼ ਇੰਸਪਾਇਰ ਕਰਨੀ ਚਾਹੀਦੀ ਹੈ ਕਿ ਨਾਲ ਕੁਝ ਐਕਸਟਰਾ GK ਜਾਂ ਫਿਰ ਆਪਾਂ ਕਹਿ ਸਕੀਏ ਨਿਊਜ਼ਪੇਪਰ, ਇਹਨਾਂ ਸਾਰੀਆਂ ਚੀਜ਼ਾਂ ਵੱਲ ਨਾਲ ਧਿਆਨ ਦਿੰਦੇ ਰਹਿਣ। ਠੀਕ ਹੈ ਜੀ, ਹੁਣ ਅਗਰ ਆਪਾਂ ਗੱਲ ਕਰੀਏ ਤਾਂ ਇੱਥੇ ਜਿਵੇਂ ਐਕਸਟਰਾ ਰਸਾਲੇ, ਕਿਤਾਬਾਂ, ਮੈਗਜ਼ੀਨ, ਅਖਬਾਰ ਜਾਂ ਹੋਰ ਕੋਈ ਮਤਲਬ ਐਕਸਟਰਾ ਆਪਣੀ
ਐਜੂਕੇਸ਼ਨਲ ਫੀਲਡ ਤੋਂ ਹਟ ਕੇ ਥੋੜ੍ਹਾ ਜਿਹਾ, ਠੀਕ ਹੈ। ਤਾਂ ਉਹ ਸਾਰੀ ਪੜ੍ਹਾਈ ਕਿਹਦੇ ਵਿੱਚ ਆ ਜਾਂਦੀ ਹੈ ਜੀ, ਸਥੂਲ ਪੜ੍ਹਾਈ ਦੇ ਵਿੱਚ ਆ ਜਾਂਦੀ ਹੈ। ਤਾਂ ਇਹਨਾਂ ਨਾਲ ਵੀ ਆਪਣਾ ਜੋ ਆਪਾਂ ਕਹਿ ਸਕਦੇ ਗਿਆਨ ਹੈ ਉਸ ਦੇ ਵਿੱਚ ਕਾਫੀ ਤੇਜ਼ੀ ਨਾਲ ਇਹ ਵਾਧਾ ਕਰਨ ਦੇ ਵਿੱਚ ਸਹਾਇਕ ਹੁੰਦੀਆਂ ਨੇ। ਹੁਣ ਇਸ ਦਾ ਉਦੇਸ਼ ਕੀ ਆ ਜਾਂਦਾ ਹੈ, ਉਦੇਸ਼ ਦੇ ਵਿੱਚ ਆ ਜਾਂਦਾ ਹੈ ਸਮੇਂ ਤੇ ਸ਼ਕਤੀ ਦਾ ਸਹੀ ਉਪਯੋਗ, ਠੀਕ ਹੈ। ਹੁਣ ਫੋਰ ਐਗਜ਼ਾਮਪਲ ਕੋਈ ਪਰਸਨ ਬੱਚਾ ਹੈ ਫ੍ਰੀ ਬੈਠਾ ਹੈ, ਉਸ ਕੋਲ ਕਰਨ ਲਈ ਕੋਈ ਕੰਮ ਨਹੀਂ ਹੈ, ਤਾਂ ਉਸ ਟਾਈਮ 'ਤੇ ਉਹ ਅਗਰ ਅਖਬਾਰ ਮੈਗਜ਼ੀਨ ਜਾਂ ਕਿਤਾਬਾਂ ਜੋ ਕੋਈ ਵੀ ਆਪਾਂ ਕਹਿ ਸਕਦੇ ਹਾਂ ਯੂਜ਼ਫੁਲ ਸਟੱਡੀ ਹੈ ਜੋ ਕਰ ਰਿਹਾ ਹੈ, ਠੀਕ ਹੈ, ਜਾਂ ਯੂਜ਼ਫੁਲ ਚੀਜ਼ ਹੈ ਜੋ ਪੜ੍ਹ ਰਿਹਾ ਹੈ, ਤਾਂ ਉਹ ਕਿਤੇ ਨਾ ਕਿਤੇ ਉਹਦੇ ਸਮੇਂ ਦਾ ਸਹੀ ਉਪਯੋਗ ਹੋ ਰਿਹਾ ਹੈ, ਕਿਉਂਕਿ ਉਹ ਫ੍ਰੀ ਟਾਈਮ ਦੇ ਵਿੱਚ ਵੀ ਕਾਫੀ ਕੁਝ ਸਿੱਖ ਰਿਹਾ ਹੈ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ ਗਿਆਨ ਭੰਡਾਰ ਅਤੇ ਸ਼ਬਦ ਭੰਡਾਰ ਵਿੱਚ ਵਾਧਾ, ਉਹੀ ਚੀਜ਼ ਆ ਗਈ। ਅਗਰ ਉਹ ਪੜ੍ਹ ਰਿਹਾ ਹੈ, ਕੁਝ ਸਮਝ ਰਿਹਾ ਹੈ, ਕੁਝ ਜਾਣ ਰਿਹਾ ਹੈ, ਅਗਰ ਨਿਊਜ਼ਪੇਪਰ ਪੜ੍ਹ ਰਿਹਾ ਤਾਂ ਉਸਨੂੰ ਨੌਲੇਜ ਮਿਲ ਰਹੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਕੀ ਹੋ ਰਿਹਾ, ਠੀਕ ਹੈ। ਮੈਗਜ਼ੀਨ ਪੜ੍ਹ ਰਿਹਾ ਤਾਂ ਉਸਦੀ ਜੀਕੇ ਦੇ ਵਿੱਚ ਇੰਪਰੂਵਮੈਂਟ ਹੋ ਰਹੀ ਹੈ, ਤਾਂ ਕਿਤਾਬਾਂ ਪੜ੍ਹ ਰਿਹਾ ਉਸਨੂੰ ਨੌਲੇਜ ਮਿਲ ਰਹੀ ਹੈ, ਤਾਂ ਮਤਲਬ ਉਸਦੇ ਗਿਆਨ ਭੰਡਾਰ ਦੇ ਵਿੱਚ ਵਾਧਾ ਹੋ ਰਿਹਾ। ਨਾਲ ਨਾਲ ਉਹ ਸ਼ਬਦ ਵੀ ਪੜ੍ਹ ਰਿਹਾ ਹੈ, ਤਾਂ ਸ਼ਬਦ ਭੰਡਾਰ ਦੇ ਵਿੱਚ ਵੀ ਉਸ ਦੇ ਵਿੱਚ ਕੀ ਹੋਏਗਾ, ਵਾਧਾ ਹੋਏਗਾ। ਅਗਰ ਕਿਸੇ ਬੁੱਕ ਦੇ ਵਿੱਚ ਕੋਈ ਨਵਾਂ ਸ਼ਬਦ ਆਉਂਦਾ ਹੈ ਤਾਂ ਉਸਨੂੰ ਜਾਣਨ ਦੀ ਕੋਸ਼ਿਸ਼ ਕਰੇਗਾ ਕਿ ਇਹ ਨਵਾਂ ਜੋ ਸ਼ਬਦ ਮੈਨੇ ਪੜ੍ਹਿਆ ਹੈ ਇਸਦਾ ਮਤਲਬ ਕੀ ਹੈ ਪੰਜਾਬੀ ਭਾਸ਼ਾ ਦੇ ਵਿੱਚ, ਠੀਕ ਹੈ। ਤਾਂ ਮਤਲਬ ਉਹਦੇ ਸ਼ਬਦ ਭੰਡਾਰ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਅਤੇ ਗਿਆਨ ਭੰਡਾਰ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ। ਆਮ ਜਾਣਕਾਰੀ ਦੇ ਵਿੱਚ ਵਾਧਾ ਉਹੀ ਚੀਜ਼ ਆ ਗਈ, ਜਿਵੇਂ ਨਿਊਜ਼ਪੇਪਰ ਅਗਰ ਕੋਈ ਬੱਚਾ ਪੜ੍ਹ ਰਿਹਾ ਹੈ ਤਾਂ ਉਸਨੂੰ ਪਤਾ ਲੱਗਦਾ ਹੈ, ਮੈਗਜ਼ੀਨਸ ਪੜ੍ਹ ਰਿਹਾ ਹੈ ਜੀਕੇ ਇੰਪਰੂਵ ਹੁੰਦੀ ਹੈ, ਅਤੇ ਇਹ ਸਾਰਾ ਕੁਛ ਆ ਜਾਂਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਮਨ ਮਰਜ਼ੀ ਦੁਆਰਾ ਕੀਤੀ ਪੜ੍ਹਾਈ। ਹੁਣ ਇਹ ਜੋ ਪੜ੍ਹਾਈ ਹੁੰਦੀ ਆ ਉਹ ਬੱਚਾ ਖੁਦ ਦੀ ਮਰਜ਼ੀ ਨਾਲ ਕਰਦਾ ਹੈ, ਔਰ ਅਗਰ ਬੱਚਾ ਖੁਦ ਦੀ ਮਰਜ਼ੀ ਨਾਲ ਕੁਛ ਪੜ੍ਹ ਰਿਹਾ ਹੈ ਤਾਂ ਮਤਲਬ ਉਹ ਇੰਟਰਸਟ ਲੈ ਕੇ ਪੜ੍ਹੇਗਾ, ਠੀਕ ਹੈ। ਅਤੇ ਇਸ ਨੂੰ ਆਪਾਂ ਇਹ ਵੀ ਕਹਿ ਸਕਦੇ ਕਿ ਮਨ ਮਰਜ਼ੀ ਨਾਲ ਉਹ ਆਪਣੀ ਇੱਛਾ ਨਾਲ ਖੁਦ ਪੜ੍ਹਨਾ ਚਾਹ ਰਿਹਾ ਤਾਂ ਉਹਦੇ ਵਿੱਚ ਕੀ ਆ ਜਾਂਦੀ ਹੈ, ਸਥੂਲ ਪੜ੍ਹਾਈ ਆ ਜਾਂਦੀ ਹੈ। ਸਵੈ ਅਧਿਆਪਨ ਕਰਨ ਦੀ ਆਦਤ ਦਾ ਨਿਰਮਾਣ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਆਪਣੇ ਆਪ ਨੂੰ ਅਧਿਐਨ ਕਰਨਾ, ਅਧਿਐਨ ਆਉਣਾ ਸੀ ਇੱਥੇ। ਸਵੈ ਅਧਿਐਨ ਕਰਨ ਦੀ ਆਦਤ ਦਾ ਨਿਰਮਾਣ, ਖੁਦ ਨੂੰ ਜਾਣਨ ਦੀ ਕੋਸ਼ਿਸ਼ ਕਰਨਾ। ਸੋਚਣ ਅਤੇ ਸਮਝਣ ਦੀ ਸ਼ਕਤੀ ਦਾ ਵਿਕਾਸ, ਠੀਕ ਹੈ। ਹੁਣ ਜਦੋਂ ਉਹ ਕੁਛ ਨਵਾਂ ਪੜ੍ਹ ਰਿਹਾ ਹੈ, ਫੋਰ ਐਗਜ਼ਾਮਪਲ ਮੈंने ਇੱਥੇ ਕਿਹਾ ਸੀ ਕਿ ਅਗਰ ਕਿਸੇ ਬੁੱਕ ਦੇ ਵਿੱਚ ਕੋਈ ਨਵਾਂ ਸ਼ਬਦ ਆਉਂਦਾ ਹੈ ਤਾਂ ਉਸਨੂੰ ਜਾਣਨ ਦੀ ਕੋਸ਼ਿਸ਼ ਕਰਦਾ, ਨਵਾਂ ਸੋਚਣ ਦੀ ਕੋਸ਼ਿਸ਼ ਕਰਦਾ, ਠੀਕ ਹੈ। ਅਗਰ ਆਪਾਂ ਇਸ ਤੋਂ ਅੱਗੇ ਗੱਲ ਕਰੀਏ, ਇਸ ਤੋਂ ਅਗਲਾ ਪੁਆਇੰਟ ਜੋ ਹੈ ਭਾਸ਼ਾ ਸ਼ੈਲੀ ਵਿੱਚ ਸੁਧਾਰ, ਉਸਦੀ ਭਾਸ਼ਾ ਸ਼ੈਲੀ ਵਿੱਚ ਸੁਧਾਰ ਹੁੰਦਾ। ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸ਼ਾਇਦ ਉਸਨੂੰ ਆਪਣੇ ਪਾਠਕ੍ਰਮ ਤੋਂ ਸਿੱਖਣ ਨੂੰ ਨਹੀਂ ਮਿਲਦੀਆਂ, ਬਟ ਬਾਹਰੋਂ ਮਤਲਬ ਆਪਾਂ ਗੱਲ ਕਰੀਏ ਅਖਬਾਰ ਦੇ ਵਿੱਚ ਜਾਂ ਮੈਗਜ਼ੀਨਸ ਦੇ ਵਿੱਚੋਂ ਪਿਓਰ ਪੰਜਾਬੀ ਅਗਰ ਉਹ ਰਾਈਟਰਸ ਦੀ ਬੁੱਕਸ ਪੜ੍ਹਦਾ ਹੈ ਤਾਂ ਕਾਫੀ ਕੁਝ ਉਸਨੂੰ ਸਿੱਖਣ ਨੂੰ ਮਿਲਦਾ ਆਪਣੀ ਭਾਸ਼ਾ ਦੇ ਨਾਲ ਰਿਗਾਰਡਿੰਗ। ਬੋਲੀ ਦੇ ਕਾਬੂ, ਠੀਕ ਹੈ ਜੀ। ਕਾਮਨ ਜਿਹੀਆਂ ਗੱਲਾਂ, ਤਰਕ ਵਿਤਰਕ ਦੀ ਯੋਗਤਾ ਦਾ ਵਿਕਾਸ ਹੁੰਦਾ, ਠੀਕ ਹੈ। ਧਾਰਮਿਕ, ਰਾਜਨੀਤਿਕ, ਸਮਾਜਿਕ, ਆਰਥਿਕ ਆਹੀ ਸਾਰੇ ਪੱਖਾਂ ਦਾ ਉਹਦਾ ਵਿਕਾਸ ਹੁੰਦਾ। ਧਰਮ ਨਾਲ ਰਿਲੇਟਡ ਅਗਰ ਕੋਈ ਬੁੱਕਸ ਪੜ੍ਹਦਾ ਹੈ, ਰਾਜਨੀਤਿਕ, ਹੁਣ ਜਿਵੇਂ ਬੁੱਕਸ ਨੂੰ ਛੱਡੋ, ਅਗਰ ਉਹ ਨਿਊਜ਼ਪੇਪਰ ਪੜ੍ਹ ਰਿਹਾ ਤਾਂ ਉਸ ਦੇ ਵਿੱਚ ਹਰ ਇੱਕ ਫੀਲਡ ਬਾਰੇ ਪ੍ਰੋਪਰ ਦੇ ਵਿੱਚ ਨੌਲੇਜ ਮਿਲਦੀ ਹੈ ਕਿ ਇਹ ਦੇਸ਼ ਦੇ ਵਿੱਚ ਆਰਥਿਕ ਪੱਖ ਤੋਂ ਇਸ ਤਰੀਕੇ ਨਾਲ ਚੱਲ ਰਿਹਾ, ਸਮਾਜਿਕ ਦੇ ਵਿੱਚ ਆਪਾਂ ਨੂੰ ਇਹ ਕੁਝ ਦੇਖਣ ਨੂੰ ਮਿਲ ਰਿਹਾ, ਰਾਜਨੀਤਿਕ ਪੱਖ ਦੇ ਵਿੱਚ ਇਹ ਘਟਨਾਵਾਂ ਹੋ ਰਹੀਆਂ ਹਨ, ਜਾਂ ਧਾਰਮਿਕ ਪੱਖ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਹੈ। ਅਤੇ ਇਸ ਤਰੀਕੇ ਨਾਲ ਉਸਦਾ ਜੋ ਇਹਨਾਂ ਸਾਰਿਆਂ ਦੇ ਪ੍ਰਤੀ ਜੋ ਨਜ਼ਰੀਆ ਹੈ ਜਾਂ ਫਿਰ ਵਿਕਾਸ ਹੈ ਜਾਂ ਗਿਆਨ ਹੈ ਉਹ ਵੱਧਦਾ ਹੈ, ਠੀਕ ਹੈ ਜੀ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਦਭਾਵਨਾਵਾਂ ਦਾ ਵਿਕਾਸ, ਠੀਕ ਹੈ। ਰਾਸ਼ਟਰੀ ਦੇ ਨਾਲ ਨਾਲ ਅੰਤਰਰਾਸ਼ਟਰੀ ਫੀਲਡ ਦੇ ਵਿੱਚ ਵੀ ਜੋ ਜਾਣਕਾਰੀ ਆ ਉਹਨੂੰ ਮਿਲਦੀ ਰਹਿੰਦੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੇ ਜੋ ਬਹੁਤ ਇੰਪੋਰਟੈਂਟ ਪੁਆਇੰਟ ਰੱਖਦੀਆਂ ਨੇ ਸਥੂਲ ਪੜ੍ਹਾਈ ਦੇ ਜੋ ਉਦੇਸ਼ ਨੇ। ਉਮੀਦ ਹੈ ਤੁਹਾਨੂੰ ਸਾਰੀ ਚੰਗੀ ਤਰ੍ਹਾਂ ਕਲੀਅਰ ਹੋ ਗਏ ਹੋਣਗੇ। ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਤੁਸੀਂ ਖੁਦ ਪ੍ਰੈਕਟੀਕਲ ਹੋ ਕੇ ਥੋੜ੍ਹਾ ਸੋਚੋ ਤਾਂ ਈਜ਼ੀਲੀ ਸਾਰਾ ਕੁਝ ਸਮਝ ਆ ਜਾਏਗਾ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ, ਇੱਥੇ ਜੋ ਖਤਮ ਹੁੰਦਾ ਆਪਣਾ ਪੜ੍ਹਨਾ ਕੌਸ਼ਲ, ਕਿਉਂਕਿ ਪੜ੍ਹਨਾ ਕੌਸ਼ਲ ਦੇ ਵਿੱਚ ਸਿਰਫ ਦੋ ਹੀ ਚੀਜ਼ਾਂ ਨੇ ਜੋ ਮੇਨ ਨੇ। ਪਹਿਲੀ ਹੈ ਸੁਖਮ ਅਤੇ ਦੂਸਰੀ ਸਥੂਲ। ਸੁਖਮ ਪੜ੍ਹਾਈ ਕੀ ਹੈ, ਉਸਦੇ ਉਦੇਸ਼ ਕੀ ਨੇ, ਕਿਹੜੀਆਂ ਵਿਧੀਆਂ ਆਪਾਂ ਉੱਥੇ ਯੂਜ਼ ਕਰ ਸਕਦੇ ਹਾਂ, ਕਿਉਂਕਿ ਸੁਖਮ ਪੜ੍ਹਾਈ ਕਿਤੇ ਨਾ ਕਿਤੇ ਡਿਪੈਂਡ ਕਰਦੀ ਹੈ ਟੀਚਰਸ ਦੇ ਉੱਪਰ, ਛੋਟੇ ਬੱਚਿਆਂ ਲਈ, ਠੀਕ ਹੈ। ਸੁਖਮ ਪੜ੍ਹਾਈ ਦੇ ਵਿੱਚ ਕਿਉਂਕਿ ਉਹ ਸਾਰੀ ਪੜ੍ਹਾਈ ਹੁੰਦੀ ਹੈ ਜੋ ਕਿਤੇ ਨਾ ਕਿਤੇ ਆਪਣੀ ਐਜੂਕੇਸ਼ਨਲ ਜਾਂ ਮਤਲਬ ਪਾਠਕ੍ਰਮ ਨਾਲ ਰਿਲੇਟਡ ਹੁੰਦੀ ਹੈ, ਤਾਂ ਇੱਥੇ ਟੀਚਰ ਦੀ ਪੂਰੀ ਡਿਊਟੀ ਬਣ ਜਾਂਦੀ ਹੈ। ਟੀਚਰ ਦੀ ਪੂਰੀ ਡਿਊਟੀ ਬਣ ਜਾਂਦੀ ਹੈ ਕਿ ਕਿਸ ਤਰੀਕੇ ਨਾਲ ਉਸਨੇ ਕਿਹੜੀਆਂ ਵਿਧੀਆਂ ਯੂਜ਼ ਕਰਨੀਆਂ ਨੇ, ਕਿਹੜੇ ਢੰਗ, ਜਿਵੇਂ ਮੌਨ ਪਾਠ ਜਾਂ ਉੱਚੀ ਪਾਠ, ਠੀਕ ਹੈ, ਇਹ ਸਾਰਾ ਕੁਛ। ਬਟ ਸਥੂਲ ਪੜ੍ਹਾਈ ਕੀ ਹੁੰਦੀ ਹੈ, ਉਹ ਬੱਚਾ ਆਪਣੀ ਮਰਜ਼ੀ ਨਾਲ ਕਰਦਾ ਹੈ, ਬਿਨਾਂ ਕਿਸੇ ਟੀਚਰ ਦੀ ਹੈਲਪ ਤੋਂ ਕਰਦਾ ਹੈ, ਠੀਕ ਹੈ। ਉਹ ਖੁਦ ਨੂੰ ਹੋਰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਜਾਂ ਹੋਰ ਸਿੱਖਣ ਲਈ ਕਰਦਾ ਹੈ, ਆਪਣੀ ਮਰਜ਼ੀ ਨਾਲ, ਮਨ ਮਰਜ਼ੀ ਦੀ ਪੜ੍ਹਾਈ, ਆਪਾਂ ਇਹ ਪੁਆਇੰਟ ਪੜ੍ਹਿਆ ਸੀ। ਤਾਂ ਇੱਥੇ ਜੋ ਟੀਚਰ ਦਾ ਕਿਤੇ ਨਾ ਕਿਤੇ ਰੋਲ ਆ ਉਹ ਨਹੀਂ ਹੁੰਦਾ, ਉਹ ਬੱਚਾ ਆਪਣੀ ਮਰਜ਼ੀ ਨਾਲ ਖੁਦ ਹੋਰ ਸਿੱਖਣ ਲਈ ਸਮੇਂ ਦਾ ਸਹੀ ਪ੍ਰਯੋਗ ਕਰਨ ਲਈ ਕਰਦਾ ਹੈ, ਠੀਕ ਹੈ ਜੀ। ਤਾਂ ਉਮੀਦ ਇਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਪੜ੍ਹਨ ਦੀਆਂ ਵਿਧੀਆਂ ਆਪਾਂ ਦੇਖੀਆਂ ਅਤੇ ਪੜ੍ਹਨਾ ਕੌਸ਼ਲ ਕੀ ਹੁੰਦਾ ਇਹ ਦੇਖਿਆ। ਤਾਂ ਇਹ ਸੀਗਾ ਜੀ ਆਪਣਾ ਪੜ੍ਹਨਾ ਕੌਸ਼ਲ, ਜਿਹਦੇ ਵਿੱਚ ਆਪਾਂ ਸੁਖਮ ਅਤੇ ਸਥੂਲ ਦੋਨਾਂ ਬਾਰੇ ਪੜ੍ਹਿਆ। ਹੁਣ ਥੋੜ੍ਹਾ ਜਿਹਾ ਅੱਗੇ ਵੱਧਦੇ ਹਾਂ। ਜੋ ਲਾਸਟ ਕੌਸ਼ਲ ਹੈ ਆਪਣਾ ਉਸ ਨੂੰ ਦੇਖਦੇ ਹਾਂ, ਜਿਸ ਦਾ ਨਾਮ ਹੈ ਲਿਖਣਾ। ਹੁਣ ਬੱਚੇ ਨੇ ਪੜ੍ਹਨਾ ਵੀ ਲਿਖ ਲਿਆ, ਬੋਲਣਾ ਸੁਣਨਾ ਇਹ ਤਾਂ ਉਸਨੂੰ ਆਉਂਦਾ ਹੀ ਸੀ। ਸਕੂਲ ਲਾਈਫ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਉਸਨੇ ਪੜ੍ਹਨਾ ਸਿੱਖ ਲਿਆ। ਪੜ੍ਹਨ ਤੋਂ ਬਾਅਦ ਨਾਲ ਕਿਤੇ ਨਾ ਕਿਤੇ ਉਹ ਲਿਖਣਾ ਵੀ ਸਿੱਖਦਾ ਹੈ। ਲਿਖਣ ਦਾ ਮਤਲਬ ਕੀ ਆ ਗਿਆ, ਲਿਖਣ ਨੂੰ ਆਪਾਂ ਲਿਖਣਾ ਵੀ ਕਹਿ ਸਕਦੇ ਹਾਂ, ਲਿਖਾਈ ਵੀ ਕਹਿ ਸਕਦੇ ਹਾਂ, ਲਿਖਾਵਟ ਵੀ ਕਹਿ ਸਕਦੇ ਹਾਂ, ਠੀਕ ਹੈ ਜੀ। ਅਲੱਗ ਅਲੱਗ ਨਾਮ ਤੁਹਾਡੇ ਸਾਹਮਣੇ ਨੇ। ਹੁਣ
ਪੜ੍ਹਨ ਦਾ ਮਤਲਬ ਇਹ ਹੁੰਦਾ ਸੀ ਕਿ ਜਿਹੜੇ ਵਿਸ਼ਰਾਮ ਚਿੰਨ੍ਹ ਨੇ ਉਹਦੇ ਅੰਦਰ, ਠੀਕ ਹੈ, ਜਾਂ ਫਿਰ ਆਪਣੀ ਜੋ ਗਤੀ ਹੈ, ਠੀਕ ਹੈ, ਜਾਂ ਫਿਰ ਆਪਣਾ ਜੋ ਬਲ ਹੈ, ਆਪਾਂ ਹਰ ਇੱਕ ਚੀਜ਼ ਦਾ ਸਹੀ ਪ੍ਰਯੋਗ ਕਰਕੇ ਉਸਨੂੰ ਪ੍ਰੋਨਾਊਂਸ ਕਰੀਏ, ਉਸਨੂੰ ਪੜ੍ਹੀਏ, ਠੀਕ ਹੈ। ਹੁਣ ਲਿਖਣ ਦਾ ਮਤਲਬ ਕੀ ਆ ਜਾਂਦਾ, ਜਦੋਂ ਆਪਾਂ ਮਨ ਦੇ ਵਿਚਾਰਾਂ ਨੂੰ ਇੱਕ ਲਿਖਤੀ ਰੂਪ ਦਿੰਦੇ ਹਾਂ। ਫੋਰ ਐਗਜ਼ਾਮਪਲ ਆਪਾਂ ਕੁਛ ਆਪਣੇ ਮਨ ਦੇ ਵਿੱਚ ਕੁਛ ਹੈ ਤੇ ਉਸਨੂੰ ਆਪਾਂ ਲਿਖ ਕੇ ਰਿਪਰਜੈਂਟ ਕਰ ਰਹੇ ਹਾਂ, ਤਾਂ ਉਸਨੂੰ ਆਪਾਂ ਕੀ ਬੋਲਦੇ ਹਾਂ, ਲਿਖਣਾ ਬੋਲਦੇ ਹਾਂ। ਬਟ ਉਹੀ ਵਿਚਾਰ ਜਦੋਂ ਆਪਾਂ ਬੋਲ ਕੇ ਰਿਪਰਜੈਂਟ ਕਰਦੇ ਹਾਂ ਤਾਂ ਉਹ ਕਿਸ ਕੌਸ਼ਲ ਦਾ ਪਾਰਟ ਬਣ ਜਾਂਦੇ ਨੇ, ਬੋਲਣਾ ਕੌਸ਼ਲ ਦਾ, ਠੀਕ ਹੈ। ਹੁਣ ਜਦੋਂ ਆਪਾਂ ਲਿਖਦੇ ਹਾਂ ਤਾਂ ਉਸ ਟਾਈਮ 'ਤੇ ਵੀ ਆਪਾਂ ਨੂੰ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ, ਅੱਖਰਾਂ ਦਾ ਧਿਆਨ ਰੱਖਣਾ ਪੈਂਦਾ, ਧੁਨੀਆਂ ਦਾ ਧਿਆਨ ਰੱਖਣਾ ਪੈਂਦਾ, ਠੀਕ ਹੈ ਜੀ, ਸੰਕੇਤਾਂ ਦਾ ਧਿਆਨ ਰੱਖਣਾ ਪੈਂਦਾ, ਚਿੰਨ੍ਹਾਂ ਦਾ ਧਿਆਨ ਰੱਖਣਾ ਪੈਂਦਾ। ਇਹਨਾਂ ਸਾਰਿਆਂ ਦਾ ਧਿਆਨ ਰੱਖ ਕੇ ਇੱਕ ਸਹੀ ਤਰੀਕੇ ਨਾਲ ਜੋ ਲਿਖਿਆ ਜਾਂਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ, ਲਿਖਣਾ ਕੌਸ਼ਲ। ਆਪਣੇ ਮਨ ਦੇ ਵਿਚਾਰਾਂ ਨੂੰ ਲਿਖਤੀ ਰੂਪ ਵਿੱਚ ਰਿਪਰਜੈਂਟ ਕਰਨਾ, ਆਪਣੀ ਇਨਫੋਰਮੇਸ਼ਨ ਨੂੰ ਲਿਖਤੀ ਰੂਪ ਵਿੱਚ ਰਿਪਰਜੈਂਟ ਕਰਨਾ, ਉਹ ਕੀ ਆ ਜਾਂਦਾ, ਲਿਖਣਾ ਕੌਸ਼ਲ। ਅੱਗੇ ਵਧਦੇ ਹਾਂ, ਲਿਖਣਾ ਕੌਸ਼ਲ ਦੇ ਕੀ ਮਹੱਤਵ ਨੇ। ਹੁਣ ਲਿਖਣਾ ਕੌਸ਼ਲ ਦੇ ਕੀ ਮਹੱਤਵ ਨੇ, ਵਿਚਾਰਾਂ ਨੂੰ ਇੱਕ ਸਥਾਈ ਰੂਪ ਦੇਣਾ, ਠੀਕ ਹੈ। ਸਥਾਈ ਰੂਪ ਮਤਲਬ ਇੱਕ ਸਟੈਟਿਕ ਆਪਾਂ ਬੋਲ ਸਕਦੇ ਹਾਂ ਕਿ ਲਿਖਿਆ ਹੋਇਆ ਮਤਲਬ ਇੱਕ ਐਜ਼ ਅ ਪ੍ਰੂਫ ਆਪਣੇ ਕੋਲ ਹੁੰਦਾ, ਤਾਂ ਵਿਚਾਰਾਂ ਨੂੰ ਇੱਕ ਸਥਾਈ ਰੂਪ ਦਿੱਤਾ ਜਾ ਸਕਦਾ ਹੈ। ਆਧੁਨਿਕ ਜੀਵਨ ਵਿੱਚ ਸਾਰਾ ਕੰਮ ਮੌਖਿਕ ਰੂਪ ਵਿੱਚ ਨਹੀਂ ਹੁੰਦਾ, ਠੀਕ ਹੈ, ਲਿਖਣ ਦਾ ਵੀ ਵਿਸ਼ੇਸ਼ ਮਹੱਤਵ ਹੈ। ਇੱਦਾਂ ਦਾ ਬਹੁਤ ਸਾਰਾ ਕੰਮ ਹੈ ਜੋ ਸਿਰਫ ਬੋਲ ਕੇ ਨਹੀਂ ਕੀਤਾ ਜਾ ਸਕਦਾ, ਠੀਕ ਹੈ। ਹਰ ਇੱਕ ਕੰਮ ਲਿਖ ਕੇ ਨਹੀਂ ਕੀਤਾ ਜਾ ਸਕਦਾ, ਠੀਕ ਹੈ। ਜੋ ਛੋਟੀ ਮੋਟੀ ਗੱਲਬਾਤ ਹੈ, ਹਰ ਇੱਕ ਚੀਜ਼ ਨੂੰ ਆਪਾਂ ਲਿਖ ਕੇ ਕਰਾਂਗੇ ਤਾਂ ਪੋਸੀਬਲ ਨਹੀਂ ਹੈ। ਬਟ ਇੱਦਾਂ ਦੇ ਬਹੁਤ ਸਾਰੇ ਕੰਮ ਨੇ ਜੋ ਸਿਰਫ ਬੋਲ ਕੇ ਨਹੀਂ ਹੋ ਸਕਦੇ, ਜਿਨ੍ਹਾਂ ਲਈ ਆਪਾਂ ਨੂੰ ਇੱਕ ਐਗਜ਼ੈਕਟ ਆਪਾਂ ਕਹਿ ਸਕਦੇ ਪ੍ਰੂਫ ਚਾਹੀਦਾ ਹੁੰਦਾ ਕਿ ਇਨ ਦਾ ਫਿਊਚਰ ਉਹ ਪ੍ਰੂਫ ਯੂਜ਼ ਕੀਤਾ ਜਾ ਸਕਦਾ। ਤਾਂ ਉਹਨਾਂ ਕੰਮਾਂ ਲਈ ਆਪਾਂ ਕਿਸ ਚੀਜ਼ ਦਾ ਸਹਾਰਾ ਲੈਂਦੇ ਹਾਂ, ਲਿਖਣ ਦਾ ਸਹਾਰਾ ਲੈਂਦੇ ਹਾਂ, ਠੀਕ ਹੈ। ਜਾਂ ਫਿਰ ਅਗਰ ਆਪਾਂ ਗੱਲ ਕਰੀਏ ਕਿ ਹਰ ਇੱਕ ਚੀਜ਼ ਨੂੰ ਮੌਖਿਕ ਰੂਪ ਨਹੀਂ ਦਿੱਤਾ ਜਾ ਸਕਦਾ, ਸਿੰਪਲ ਸ਼ਬਦਾਂ ਵਿੱਚ, ਜਿਵੇਂ ਕਿ ਕਿਸੇ ਚੀਜ਼ ਦਾ ਅਗਰ ਆਪਾਂ ਪ੍ਰੂਫ ਰੱਖ ਰਹੇ ਹਾਂ ਤਾਂ ਉਸ ਦੇ ਲਈ ਆਪਾਂ ਨੂੰ ਲਿਖਣਾ, ਜਾਂ ਫਿਰ ਅਗਰ ਪਹਿਲਾਂ ਕੀ ਹੁੰਦਾ ਸੀ ਕਿ ਅਗਰ ਦੋ ਪਰਸਨ ਬਿਲਕੁਲ ਇੱਕ ਦੂਸਰੇ ਤੋਂ ਅਲੱਗ-ਅਲੱਗ ਬੈਠੇ ਹਨ, ਦੂਰ ਸ਼ਹਿਰਾਂ ਦੇ ਵਿੱਚ ਬੈਠੇ ਹਨ, ਤਾਂ ਚਿੱਠੀਆਂ ਦੇ ਪ੍ਰਤੀ ਕੀ ਕੀਤਾ ਜਾਂਦਾ ਸੀ, ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਸੀ, ਠੀਕ ਹੈ। ਤੇ ਇਸ ਤਰੀਕੇ ਨਾਲ ਅੱਜ ਕੱਲ੍ਹ ਉਹਦੀ ਜਗ੍ਹਾ ਕਿੰਨੇ ਲੈ ਲਈ ਹੈ, ਚੈਟਿੰਗ ਨੇ ਲੈ ਲਈ ਹੈ, ਤਾਂ ਉਹ ਵੀ ਇੱਕ ਤਰੀਕੇ ਨਾਲ ਲਿਖਿਤ ਰੂਪ ਹੀ ਹੋ ਗਿਆ। ਨੈਕਸਟ ਅਗਰ ਆਪਾਂ ਗੱਲ ਕਰੀਏ ਵਿਚਾਰਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਕ, ਜਿਵੇਂ ਕਿ ਮੈਂ ਹੁਣੀ ਕਿਹਾ ਪ੍ਰੂਫ, ਕਿਉਂਕਿ ਜੋ ਵੀ ਆਪਾਂ ਲਿਖ ਕੇ ਦੱਸ ਰਹੇ ਹਾਂ ਉਸਦਾ ਕਿਤੇ ਨਾ ਕਿਤੇ ਇੱਕ ਪ੍ਰੂਫ ਹੋ ਜਾਂਦਾ ਹੈ, ਤਾਂ ਆਪਾਂ ਇਹ ਕਹਿ ਸਕਦੇ ਕਿ ਵਿਚਾਰਾਂ ਨੂੰ ਇੱਕ ਸੁਰੱਖਿਅਤ ਜਿਹੀ ਚੀਜ਼ ਮਿਲ ਜਾਂਦੀ ਹੈ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਮਨੁੱਖੀ ਯਾਦਾਂ ਨੇ ਜੋ ਸੀਮਿਤ ਹੁੰਦੀਆਂ ਨੇ, ਠੀਕ ਹੈ ਜੀ, ਇਸ ਲਈ ਲਿਖਣਾ ਜ਼ਰੂਰੀ ਹੈ। ਉਹੀ ਦੁਬਾਰਾ ਆ ਗਿਆ ਕਿ ਮਾਈਂਡ ਦੇ ਵਿੱਚ ਨਹੀਂ ਰਹਿੰਦਾ ਕਿ ਮੈंने ਇਹ ਗੱਲ ਕਹੀ ਸੀ ਜਾਂ ਨਹੀਂ ਕਹੀ ਸੀ, ਤਾਂ ਉਹ ਲਿਖ ਕੇ ਆਪਣੇ ਕੋਲ ਐਜ਼ ਅ ਪ੍ਰੂਫ ਰਹਿ ਜਾਂਦਾ ਅਤੇ ਆਪਣੀ ਯਾਦ ਰਹਿ ਜਾਂਦਾ, ਹਾਂਜੀ ਇਸ ਤਰੀਕੇ ਨਾਲ ਮੈंने ਇਹ ਗੱਲ ਕਹੀ ਸੀ ਜਾਂ ਮੈंने ਇਹ ਕੰਮ ਕਰਨਾ ਸੀ। ਤਾਂ ਯਾਦ ਕਰਨ ਲਈ ਜਾਂ ਮਨੁੱਖੀ ਯਾਦ ਸ਼ਕਤੀ ਨਹੀਂ ਸਟਰੋਂਗ ਨਹੀਂ ਹੈ ਕਿ ਸਾਰਾ ਕੁਝ ਯਾਦ ਹੋ ਸਕੇ। ਫੋਰ ਐਗਜ਼ਾਮਪਲ ਕਿਸੇ ਦਾ ਮੋਬਾਈਲ ਨੰਬਰ ਹੈ, ਪਹਿਲਾਂ ਆਪਾਂ ਉਸਨੂੰ ਇੱਕ ਡਾਇਰੀ ਦੇ ਵਿੱਚ ਸੇਵ ਕਰਦੇ ਹੁੰਦੇ ਸੀ, ਠੀਕ ਹੈ, ਕਿਉਂਕਿ ਇੰਨੇ ਸਾਰੇ ਨੰਬਰਸ ਲਗਭਗ ਜਿੰਨੇ ਵੀ ਰਿਲੇਟਿਵਸ ਨੇ ਸਾਰਿਆਂ ਦੇ ਨੰਬਰ ਯਾਦ ਰਹਿਣਾ ਪੋਸੀਬਲ ਨਹੀਂ ਹੈ, ਤਾਂ ਉਸਨੂੰ ਇੱਕ ਡਾਇਰੀ ਦੇ ਵਿੱਚ ਨੋਟ ਕੀਤਾ ਜਾਂਦਾ ਸੀ। ਅੱਜ ਕੱਲ੍ਹ ਡਾਇਰੀ ਦੀ ਜਗ੍ਹਾ ਕਿਸੇ ਨੇ ਲੈ ਲਈ ਹੈ ਮੋਬਾਈਲ ਫੋਨ ਨੇ, ਬਟ ਉੱਥੇ ਵੀ ਤਾਂ ਆਪਾਂ ਲਿਖ ਕੇ ਹੀ ਸੇਵ ਕਰ ਰਹੇ ਹਾਂ ਨਾ, ਤਾਂ ਉੱਥੇ ਕੀ ਆ ਜਾਂਦਾ, ਆਪਾਂ ਇਸ ਨੂੰ ਲਿਖਣ ਕੌਸ਼ਲ ਦਾ ਯੂਜ਼ ਕਰ ਰਹੇ ਹਾਂ, ਠੀਕ ਹੈ। ਸਵੈ ਪ੍ਰਗਟਾਵੇ ਦਾ ਉੱਤਮ ਸਾਧਨ ਹੁੰਦਾ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ ਧਾਰਮਿਕ ਅਤੇ ਰਾਜਨੀਤਿਕ ਗ੍ਰੰਥਾਂ ਤੱਕ ਪਹੁੰਚ ਹੁੰਦੀ ਹੈ, ਜੋ ਵੀ ਆਪਣੇ ਧਾਰਮਿਕ ਗ੍ਰੰਥ ਨੇ, ਠੀਕ ਹੈ। ਤਾਂ ਅਗਰ ਆਪਾਂ ਗੱਲ ਕਰੀਏ ਸਾਰੇ ਰਿਟਨ ਵਿੱਚ ਹੀ ਨੇ, ਲਿਖਤੀ ਰੂਪ ਵਿੱਚ ਹੀ ਨੇ। ਕਈ ਭਾਸ਼ਾਵਾਂ ਮੌਖਿਕ ਰੂਪ ਵਿੱਚ ਖਤਮ ਹੋ ਜਾਂਦੀਆਂ ਨੇ, ਠੀਕ ਹੈ, ਜਿਵੇਂ ਕਿ ਫੋਰ ਐਗਜ਼ਾਮਪਲ ਤੁਸੀਂ ਇੱਥੇ ਦੇਖ ਸਕਦੇ ਹੋ ਜੋ ਉਰਦੂ ਭਾਸ਼ਾ ਹੈ, ਠੀਕ ਹੈ, ਉਹ ਭਾਸ਼ਾ ਲਿਖਤੀ ਰੂਪ ਦੇ ਵਿੱਚ ਨਹੀਂ ਹੈ। ਲਿਖਤੀ ਰੂਪ ਦੇ ਵਿੱਚ ਕਿਤੇ ਨਾ ਕਿਤੇ ਜੋ ਉਸਦਾ ਬੋਲਣ ਦੇ ਵਿੱਚ ਨਹੀਂ ਹੈ, ਬੋਲਣ ਦੇ ਵਿੱਚ ਕਿਤੇ ਨਾ ਕਿਤੇ ਕਾਫੀ ਹੱਦ ਤੱਕ ਜੋ ਉਰਦੂ ਭਾਸ਼ਾ ਹੈ ਉਹ ਕਾਫੀ ਘੱਟ ਗਈ ਹੈ, ਬਟ ਲਿਖਤ ਦੇ ਵਿੱਚ ਅੱਜ ਵੀ ਇਸਦਾ ਜੋ ਸਥਾਨ ਹੈ ਬਹੁਤ ਸਟਰੋਂਗਲੀ ਕਾਇਮ ਹੈ। ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਭਾਸ਼ਾਵਾਂ ਹੁੰਦੀਆਂ ਨੇ ਜਿਨ੍ਹਾਂ ਦਾ ਮੌਖਿਕ ਰੂਪ ਖਤਮ ਹੋ ਜਾਂਦਾ ਹੈ, ਬਟ ਉਹ ਲਿਖਤੀ ਰੂਪ ਦੇ ਵਿੱਚ ਕਾਇਮ ਹੁੰਦੀਆਂ ਨੇ, ਐਗਜ਼ਾਮਪਲ ਉਰਦੂ, ਠੀਕ ਹੈ ਜੀ। ਅਗਰ ਆਪਾਂ ਗੱਲ ਕਰੀਏ ਤਾਂ ਇਹ ਕੁਛ ਆਪਾਂ ਕਹਿ ਸਕਦੇ ਹਾਂ ਮਹੱਤਵ ਸੀਗੇ, ਇੰਪੋਰਟੈਂਸ ਸੀਗੀ ਲਿਖਤ ਦੀ, ਠੀਕ ਹੈ, ਕਿਉਂਕਿ ਆਪਾਂ ਬਹੁਤ ਕੁਛ ਹੈ ਜੋ ਲਿਖ ਕੇ ਰਿਪਰਜੈਂਟ ਕਰਦੇ ਹਾਂ, ਬਹੁਤ ਕੁਛ ਹੈ ਉਹ ਯਾਦ ਨਹੀਂ ਰੱਖ ਸਕਦੇ ਤਾਂ ਆਪਾਂ ਲਿਖ ਕੇ ਰਿਮੈਂਬਰ ਦੇ ਤੌਰ 'ਤੇ ਇੱਕ ਯਾਦਾਸ਼ਤ ਦੇ ਤੌਰ 'ਤੇ ਰੱਖਦੇ ਹਾਂ, ਠੀਕ ਹੈ। ਵਿਚਾਰਾਂ ਨੂੰ ਆਪਾਂ ਇੱਕ ਸਟੈਟਿਕ ਜੀ ਆਪਾਂ ਕਹਿ ਸਕਦੇ ਹਾਂ ਸਥਾਈ ਰੂਪ ਦੇ ਸਕਦੇ ਹਾਂ, ਠੀਕ ਹੈ ਜੀ। ਹੋਰ ਅਗਰ ਆਪਾਂ ਗੱਲ ਕਰੀਏ ਆਪਣੇ ਆਪ ਨੂੰ ਰਿਪਰਜੈਂਟ ਕਰ ਸਕਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਆਪਣੇ ਜੋ ਧਾਰਮਿਕ ਜਾਂ ਰਾਜਨੀਤਿਕ ਜੋ ਵੀ ਗ੍ਰੰਥ ਨੇ ਉਹ ਵੀ ਸਾਰੇ ਕਿਸ ਦੇ ਵਿੱਚ ਨੇ, ਰਿਟਨ ਫਾਰਮ ਦੇ ਵਿੱਚ ਹੀ ਨੇ, ਠੀਕ ਹੈ। ਹੋਰ ਆਪਾਂ ਕਹਿ ਸਕਦੇ ਕਿ ਪ੍ਰੂਫ ਹੁੰਦਾ ਲਿਖੇ ਹੋਏ ਦਾ, ਇੱਕ ਰਿਟਨ ਦੇ ਵਿੱਚ ਜੋ ਹੈ ਉਹ ਪ੍ਰੂਫ ਵਿਦ ਪ੍ਰੂਫ ਹੁੰਦਾ, ਠੀਕ ਹੈ, ਕਿ ਹਾਂਜੀ ਇਹ ਗੱਲ ਜੋ ਸੀ ਉਹ ਹੋਈ ਸੀ, ਠੀਕ ਹੈ। ਜਾਂ ਹਰ ਇੱਕ ਚੀਜ਼ ਨੂੰ ਮੌਖਿਕ ਦੇ ਵਿੱਚ ਰਿਪਰਜੈਂਟ ਕੀਤਾ ਜਾਵੇ ਜ਼ਰੂਰੀ ਨਹੀਂ, ਬਹੁਤ ਸਾਰੀਆਂ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਲਿਖ ਕੇ ਦੱਸਣਾ ਜ਼ਰੂਰੀ ਹੋ ਜਾਂਦਾ ਹੈ, ਜਾਂ ਲਿਖ ਕੇ ਆਪਾਂ ਕਹਿ ਸਕਦੇ ਹਾਂ ਕਿ ਐਜ਼ ਅ ਪ੍ਰੂਫ ਉਹਨਾਂ ਨੂੰ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਤਾਂ ਰਿਟਨ ਆਪਾਂ ਕਹਿ ਸਕਦੇ ਜਾਂ ਫਿਰ ਲਿਖਣਾ ਕੌਸ਼ਲ ਜੋ ਹੁੰਦਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਚੀਜ਼ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਲਿਖਣਾ ਕੌਸ਼ਲ ਸਿਖਾਉਣ ਦੀਆਂ ਅਵਸਥਾਵਾਂ, ਹੁਣ ਕਿਸ ਤਰੀਕੇ ਨਾਲ ਆਪਾਂ ਲਿਖਣਾ ਸਿਖਾ ਸਕਦੇ ਹਾਂ, ਠੀਕ ਹੈ। ਸੁਣਨਾ ਨਹੀਂ ਸਿਖਾਇਆ ਜਾਂਦਾ, ਸੁਣਨਾ ਬੱਚਾ ਖੁਦ ਸਿੱਖਦਾ ਹੈ। ਬੋਲਣਾ ਨਹੀਂ ਸਿਖਾਇਆ ਜਾਂਦਾ, ਬੋਲਣਾ ਬੱਚਾ ਅਨੁਕਰਨ ਨਾਲ ਸਿੱਖਦਾ ਹੈ।
पढ़ना सिखाया जाता है, ਉਹਦੀਆਂ ਵਿਧੀਆਂ ਆਪਾਂ ਕਰ ਚੁੱਕੇ ਹਾਂ। ਹੁਣ ਲਿਖਣਾ ਵੀ ਬੱਚੇ ਨੂੰ ਸਿਖਾਇਆ ਜਾਂਦਾ, ਕਿਉਂਕਿ ਬੱਚਾ ਆਪਣੇ ਆਪ ਨਹੀਂ ਲਿਖਦਾ, ਉਸ ਨੂੰ ਸਿਖਾਇਆ ਜਾਂਦਾ ਕਿ ਕਿਸ ਤਰੀਕੇ ਨਾਲ ਪੈਨਸਿਲ ਨੂੰ ਪਕੜਨਾ ਹੈ, ਆਈ ਹੈਂਡ ਕੋਆਰਡੀਨੇਸ਼ਨ ਬਣਾਉਣਾ ਹੈ, ਜਾਂ ਕਿਸ ਤਰੀਕੇ ਨਾਲ ਡਿਫਿਕਲਟ ਸ਼ਬਦਾਂ ਨੂੰ ਲਿਖਣਾ ਉਹ ਸਿੱਖਦਾ, ਠੀਕ ਹੈ। ਤਾਂ ਇਹ ਸਿਖਾਇਆ ਜਾਂਦਾ। ਉਹ ਕਿਸ ਤਰੀਕੇ ਨਾਲ ਸਿਖਾਇਆ ਜਾਂਦਾ ਆਪਾਂ ਪੜ੍ਹਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਤਾਂ ਸਰੀਰਕ ਅਤੇ ਮਾਨਸਿਕ ਤਿਆਰੀ ਜਾਂ ਫਿਰ ਲਿਖਣ ਦੀ ਤਿਆਰੀ, ਠੀਕ ਹੈ। ਹੁਣ ਬੱਚਾ ਜੋ ਤੱਕ ਆਪਣੀ ਫਿਜ਼ੀਕਲੀ, ਸਰੀਰਕ ਤੋਂ ਮਤਲਬ ਇਹ ਹੋ ਜਾਂਦਾ ਹੈ ਕਿ ਅਗਰ ਬੱਚਾ ਬਹੁਤ ਜ਼ਿਆਦਾ ਛੋਟਾ ਹੈ, ਲਾਈਕ ਸਾਲ ਦਾ ਹੈ, ਉਹ ਹਲੇ ਲਿਖਣ ਲਈ ਤਿਆਰ ਨਹੀਂ ਹੈ। ਕਿਉਂ ਨਹੀਂ ਹੈ ਤਿਆਰ? ਕਿਉਂਕਿ ਉਸਨੂੰ ਹਲੇ ਕੋਈ ਨੌਲੇਜ ਨਹੀਂ ਹੈ, ਜਾਂ ਫਿਰ ਦੂਸਰੇ ਸ਼ਬਦਾਂ ਵਿੱਚ ਕਹੀਏ ਉਸਦਾ ਹੱਥ ਜਾਂ ਫਿਰ ਉਸਦਾ ਮਾਈਂਡ ਇੰਨਾ ਕੁ ਜ਼ਿਆਦਾ ਮੈਚਿਓਰ ਨਹੀਂ ਹੈ ਕਿ ਉਹ ਆਈ ਹੈਂਡ ਕੋਆਰਡੀਨੇਸ਼ਨ ਬਣਾ ਸਕੇ ਅਤੇ ਲਿਖਣਾ ਸ਼ੁਰੂ ਕਰ ਸਕੇ। ਤਾਂ ਸਰੀਰਕ ਤਿਆਰੀ ਦਾ ਮਤਲਬ ਇਹ ਹੋ ਜਾਂਦਾ ਕਿ ਬੱਚਾ ਇੰਨਾ ਕੁ ਏਬਲ ਹੋਣਾ ਚਾਹੀਦਾ ਤਾਂ ਕਿ ਉਹ ਲਿਖਣ ਲਈ ਆਪਣੀ ਜੋ ਆਪਾਂ ਕਹਿ ਸਕੀਏ ਕਿ ਪ੍ਰੋਪਰਲੀ ਸਰੀਰਕ ਜੋ ਫਿਟਨੈਸ ਹੈ ਜਾਂ ਫਿਰ ਆਈ ਹੈਂਡ ਕੋਆਰਡੀਨੇਸ਼ਨ ਬਣਾਉਣ ਲਈ ਜੋ ਮੈਚਿਓਰਟੀ ਹੈ ਉਸ ਦੇ ਅੰਦਰ ਹੋਣੀ ਚਾਹੀਦੀ ਹੈ, ਠੀਕ ਹੈ। ਮਾਨਸਿਕ ਤਿਆਰੀ ਅਤੇ ਲਿਖਣ ਦੀ ਤਿਆਰੀ, ਚਲੋ ਦੇਖਦੇ ਹਾਂ। ਰੁਚੀ ਉਤਸ਼ਾਹ ਤਿਆਰ ਕੀਤਾ ਜਾਂਦਾ ਹੈ। ਬੱਚੇ ਨੂੰ ਜਦੋਂ ਤੱਕ ਇੰਟਰਸਟ ਨਹੀਂ ਹੋਏਗਾ, ਐਕਸਾਈਟਮੈਂਟ ਨਹੀਂ ਹੋਏਗੀ, ਉਨੇ ਟਾਈਮ ਤੱਕ ਉਹ ਵਧੀਆ ਤਰੀਕੇ ਨਾਲ ਨਹੀਂ ਸਿੱਖ ਪਾਏਗਾ, ਠੀਕ ਹੈ ਜੀ। ਪੈਨ ਪੈਨਸਿਲ ਪਕੜਨਾ ਸਿਖਾਇਆ ਜਾਂਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਪੈਨ ਪੈਨਸਿਲ ਪਕੜਨ ਲਈ ਅਗਰ ਬੱਚੇ ਦੇ ਹੱਥ ਇੰਨੇ ਮੈਚਿਓਰ ਨਹੀਂ ਹਨ ਕਿ ਪੈਨਸਿਲ ਨੂੰ ਪਕੜ ਕੇ ਰੱਖ ਸਕਣ ਅਤੇ ਉਸਨੂੰ ਚਲਾਉਣਾ ਸ਼ੁਰੂ ਕਰ ਸਕਣ, ਉਦੋਂ ਤੱਕ ਬੱਚਾ ਪ੍ਰੋਪਰਲੀ ਲਰਨਿੰਗ ਨਹੀਂ ਕਰ ਸਕਦਾ। 3 ਤੋਂ 4 ਸਾਲ ਦਾ ਜੋ ਬੱਚਾ ਹੈ ਇੰਨਾ ਕੁ ਮੈਚਿਓਰ ਹੋ ਜਾਂਦਾ ਹੈ ਕਿ ਉਹ ਸਮਝ ਲੈਂਦਾ ਕਿ ਮੈਨੇ ਇਸ ਪੈਨਸਿਲ ਨੂੰ ਪਕੜ ਕੇ ਇਸ ਤਰੀਕੇ ਨਾਲ ਲਿਖਣਾ ਹੈ। ਤਾਂ ਮੈਚਿਓਰਟੀ ਆਪਣੀ ਫਿਜ਼ੀਕਲ ਪਾਰਟਸ ਦੀ ਅਤੇ ਆਪਣੇ ਮਾਈਂਡ ਦੀ ਹੋਣੀ ਜ਼ਰੂਰੀ ਹੈ। ਇੱਥੇ ਮਾਈਂਡ ਵੀ ਇੰਨਾ ਕੁ ਮੈਚਿਓਰ ਹੁੰਦਾ ਤਾਂ ਕਿ ਉਹ ਸਮਝ ਲੈਂਦਾ ਕਿ ਕਿਸ ਤਰੀਕੇ ਨਾਲ ਕੰਸਨਟਰੇਟ ਕਰਨਾ ਹੈ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ ਉਂਗਲਾਂ ਮਾਸਪੇਸ਼ੀਆਂ ਦੇ ਵਿੱਚ ਸੰਤੁਲਨ, ਉਹੀ ਚੀਜ਼ ਆ ਗਈ ਦੁਬਾਰਾ, ਠੀਕ ਹੈ। ਖੇਡ ਰਾਹੀਂ ਅਭਿਆਸ, ਬੱਚਿਆਂ ਨੂੰ ਖੇਲਦੇ ਖੇਲਦੇ ਸਿਖਾਉਣਾ। ਫੋਰ ਐਗਜ਼ਾਮਪਲ ਉਸ ਨੂੰ ਜਸਟ ਛੋਟੇ ਬੱਚੇ ਨੂੰ ਤਾਂ ਵੈਸੇ ਵੀ ਬਹੁਤ ਜ਼ਿਆਦਾ ਇੰਟਰਸਟ ਹੁੰਦਾ ਕਿ ਹਾਂਜੀ ਮੈਂ ਕੁਝ ਸਿੱਖਣ ਲੱਗਿਆ, ਬਟ ਅਗਰ ਇੰਟਰਸਟ ਨਹੀਂ ਵੀ ਹੈ ਤਾਂ ਉਸਨੂੰ ਖੇਡਦੇ ਖੇਡਦੇ ਸਿਖਾਇਆ ਜਾਵੇ। ਉਸਨੂੰ ਆਪਾਂ ਕਹਿ ਸਕਦੇ ਹਾਂ ਕਿਸੇ ਐਜ਼ ਅ ਗੇਮ, ਐਜ਼ ਅ ਪਾਰਟ ਕਿਸੇ ਚੀਜ਼ ਨਾਲ ਸਿਖਾਇਆ ਜਾਵੇ। ਅਨੁਕੂਲ ਵਾਤਾਵਰਨ ਅਨੁਕੂਲ ਹੋਣਾ ਚਾਹੀਦਾ ਹੈ ਤਾਂ ਕਿ ਇੰਟਰਸਟ ਜੋ ਹੈ ਉਹ ਬਣਿਆ ਰਹੇ। ਵਿੰਗੀਆਂ ਟੇਡੀਆਂ ਰੇਖਾਵਾਂ ਖਿੱਚਦਾ ਹੈ, ਠੀਕ ਹੈ। ਮਤਲਬ ਸਭ ਤੋਂ ਪਹਿਲਾਂ ਬੱਚਾ ਕੀ ਕਰਦਾ, ਵਿੰਗੀਆਂ ਟੇਡੀਆਂ ਰੇਖਾਵਾਂ ਖਿੱਚਦਾ, ਉਸ ਤੋਂ ਬਾਅਦ ਹੀ ਉਸਨੂੰ ਜੋ ਸਮਝ ਆਉਣ ਲੱਗ ਜਾਂਦੀ ਹੈ ਕਿ ਕਿਸ ਤਰੀਕੇ ਨਾਲ ਬਣਾਵਟ ਜੋ ਹੈ ਉਹ ਦੇਣੀ ਹੈ। ਅੱਗੇ ਅਗਰ ਆਪਾਂ ਗੱਲ ਕਰੀਏ ਜਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਕਿ ਵਿੰਗੀਆਂ ਟੇਡੀਆਂ ਰੇਖਾਵਾਂ ਖਿੱਚਣ ਨਾਲ ਆਪਾਂ ਬੱਚੇ ਨੂੰ ਜਸਟ ਪਹਿਲਾਂ ਤਾਂ ਥੋੜ੍ਹਾ ਬਹੁਤ ਜੋ ਸਟਾਰਟਿੰਗ ਆ ਉਹ ਇਸ ਤਰੀਕੇ ਨਾਲ ਹੀ ਹੁੰਦੀ ਹੈ, ਠੀਕ ਹੈ। ਹੌਲੀ ਹੌਲੀ ਉਸਦੀ ਜੋ ਬਣਾਵਟ ਹੈ ਉਸਦੇ ਵਿੱਚ ਸੁਧਾਰ ਕੀਤਾ ਜਾਂਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਅੱਖਰਾਂ ਦੀ ਰਚਨਾ, ਹੁਣ ਇੱਥੇ ਤਾਂ ਗੱਲ ਹੋ ਗਈ ਸੀ ਕਿ ਕਿਸ ਤਰੀਕੇ ਨਾਲ ਉਸਨੂੰ ਤਿਆਰ ਕੀਤਾ ਜਾਵੇ, ਬਿਲਕੁਲ ਬੇਸਿਕ ਤੋਂ ਕਿਵੇਂ ਤਿਆਰ ਕੀਤਾ ਜਾਵੇ ਕਿ ਉਹ ਬੱਚਾ ਲਿਖਣ ਲਈ ਸ਼ੁਰੂ ਕਰ ਸਕੇ, ਤਿਆਰ ਹੋ ਸਕੇ। ਅੱਗੇ ਆ ਜਾਂਦਾ ਹੁਣ ਜਦੋਂ ਉਹ ਲਿਖਣਾ ਸਿੱਖ ਲੈਂਦਾ, ਵਿੰਗੇ ਟੇਢੇ ਰੇਖਾਵਾਂ ਖਿੱਚਣੀਆਂ ਉਸਨੂੰ ਆ ਜਾਂਦੀਆਂ ਨੇ 1, ਜਾਂ ਫਿਰ ਹੋਰ ਆਪਾਂ ਗੱਲ ਕਰੀਏ ਤਾਂ ਜਸਟ ਪੈਨਸਿਲ ਨੂੰ ਪਕੜਨਾ, ਉਸਨੂੰ ਚਲਾਉਣਾ ਆ ਜਾਂਦਾ ਤਾਂ ਉਸ ਤੋਂ ਬਾਅਦ ਉਸਨੂੰ ਸਿਖਾਇਆ ਜਾਂਦਾ ਕਿ ਅੱਖਰਾਂ ਨੂੰ ਕਿਵੇਂ ਲਿਖਣਾ ਹੈ। ਤਾਂ ਅੱਖਰਾਂ ਦੀ ਪਹਿਲਾਂ ਉਸਨੂੰ ਪਹਿਚਾਣ ਕਰਵਾਈ ਜਾਂਦੀ ਹੈ। ਇਸੇ ਲਈ ਪਹਿਲਾਂ ਪੜ੍ਹਨਾ ਕੌਸ਼ਲ ਆਉਂਦਾ ਹੈ, ਕਿਉਂਕਿ ਪੜ੍ਹਦਾ ਹੈ ਜਦੋਂ ਬੱਚਾ ਉਦੋਂ ਊੜਾ ਉੱਠ ਜਾਂ ਐੜਾ ਅੱਖ ਇਸ ਤਰੀਕੇ ਨਾਲ ਪੜ੍ਹਦਾ ਹੈ ਤਾਂ ਉਸਨੂੰ ਪਹਿਚਾਣ ਹੋ ਜਾਂਦੀ ਹੈ ਕਿ ਇਹ ਊੜਾ ਹੈ, ਇਹ ਆੜਾ ਹੈ, ਠੀਕ ਹੈ। ਇਸ ਤਰੀਕੇ ਨਾਲ ਅੱਖਰਾਂ ਦੀ ਪਹਿਚਾਣ ਕਰਵਾ ਕੇ ਫਿਰ ਉਹ ਉਸਨੂੰ ਲਿਖਣ ਦੀ ਕੋਸ਼ਿਸ਼ ਕਰਦਾ ਹੈ, ਠੀਕ ਹੈ। ਅੱਖਰਾਂ ਦੀ ਪਹਿਚਾਣ ਕਰਵਾ ਕੇ ਇਹਨਾਂ ਦੀ ਰਚਨਾ ਜੋ ਹੈ ਉਹ ਸਿਖਾਈ ਜਾਂਦੀ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਹੁਣ ਇਹਦੀਆਂ ਵਿਧੀਆਂ ਕਿਹੜੀਆਂ ਆ ਜਾਂਦੀਆਂ ਨੇ, ਵਿਧੀਆਂ ਤੁਹਾਡੇ ਸਾਹਮਣੇ ਨੇ। ਸਭ ਤੋਂ ਪਹਿਲਾਂ ਤਾਂ ਆ ਗਿਆ ਪੁੰਨਿਆਂ ਦਾ ਪ੍ਰਯੋਗ। ਇਹਦੇ ਵਿੱਚ ਆਪਾਂ ਦੇਖਦੇ ਹਾਂ ਕੀ ਆ ਕਿ ਪੈਨਸਿਲ ਨਾਲ ਲਿਖੇ ਹੋਏ ਅੱਖਰਾਂ ਦੇ ਉੱਪਰ ਪੈਨ ਫੇਰਨਾ। ਜਦੋਂ ਆਪਾਂ ਦੇਖਦੇ ਹਾਂ ਇੱਕ ਚੀਜ਼ ਤੁਸੀਂ ਹਮੇਸ਼ਾ ਨੋਟਿਸ ਕੀਤੀ ਹੋਏਗੀ ਕਿ ਜੋ ਛੋਟੇ ਬੱਚਿਆਂ ਦੀਆਂ ਬੁੱਕਸ ਹੁੰਦੀਆਂ ਨੇ ਉਹਦੇ ਵਿੱਚ ਇੱਕ ਅੱਖਰ ਲਿਖਿਆ ਹੁੰਦਾ, ਉਸ ਤੋਂ ਬਾਅਦ ਡੋਟਡ ਜਿਹੀਆਂ ਲਾਈਨਸ ਲਗਾਈਆਂ ਹੁੰਦੀਆਂ ਨੇ ਔਰ ਬੱਚੇ ਨੂੰ ਕਿਹਾ ਜਾਂਦਾ ਕਿ ਇਸ ਦੇ ਉੱਪਰ ਜੋ ਹੈ ਉਹ ਬਿਲਕੁਲ ਉਸੇ ਤਰੀਕੇ ਨਾਲ ਪੈਨਸਿਲ ਨੂੰ ਯੂਜ਼ ਕਰੇ ਜਿਸ ਤਰੀਕੇ ਨਾਲ ਬਣਿਆ ਹੋਇਆ ਉਹਦੇ ਉੱਪਰ ਉਸ ਨੂੰ ਲਿਖਦਾ ਹੈ, ਅੱਖਰ ਨੂੰ ਲਿਖਦਾ ਹੈ, ਠੀਕ ਹੈ। ਅਤੇ ਇਸ ਜੋ ਵਿਧੀ ਹੈ ਇਸ ਨੂੰ ਕੀ ਕਿਹਾ ਜਾਂਦਾ, ਪੁੰਨਿਆਂ ਦਾ ਪ੍ਰਯੋਗ। ਬਿਲਕੁਲ ਸਟਾਰਟਿੰਗ ਦੇ ਬੱਚਾ ਬਿਲਕੁਲ ਇਸੇ ਤਰੀਕੇ ਨਾਲ ਸਿੱਖਦਾ ਹੈ ਕਿਉਂਕਿ ਉਹ ਖੁਦ ਉਸਨੂੰ ਨਹੀਂ ਪਤਾ ਕਿ ਇਸ ਤਰੀਕੇ ਨਾਲ ਲਿਖਿਆ ਜਾਏਗਾ, ਠੀਕ ਹੈ। ਤਾਂ ਉਸਨੂੰ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਆਈਡੀਆ ਦੇਣ ਲਈ ਪਹਿਲਾਂ ਇੱਕ ਡੋਟਡ ਲਾਈਨ ਜਾਂ ਪਹਿਲਾਂ ਹਲਕਾ ਫੁਲਕਾ ਜੋ ਲਿਖਿਆ ਹੈ ਉਸ ਦੇ ਉੱਪਰ ਉਸਨੂੰ ਦੁਬਾਰਾ ਦੁਹਰਾਉਣ ਲਈ ਕਿਹਾ ਜਾਂਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਚਿੱਤਰ ਵਿਧੀ, ਪਿਕਚਰਸ ਦਾ ਬਹੁਤ ਯੂਜ਼ ਕੀਤਾ ਜਾਂਦਾ ਛੋਟੇ ਬੱਚਿਆਂ ਦੇ ਉਹਦੇ ਵਿੱਚ। ਸੰਸਲੇਸ਼ਨ ਵਿਧੀ ਦਾ ਪ੍ਰਯੋਗ, ਸੌਖੇ ਤੋਂ ਔਖੇ ਵੱਲ ਜਾਣਾ। ਹੁਣ ਸੰਸਲੇਸ਼ਨ ਵਿਧੀ ਕਿੱਦਾਂ ਹੋ ਜਾਂਦੀ ਹੈ, ਸੰਸਲੇਸ਼ਨ ਵਿਧੀ ਦੇਖੋ ਜਿਵੇਂ ਬੱਚੇ ਨੂੰ ਸਭ ਤੋਂ ਪਹਿਲਾਂ ਮੈंने ਇਹ ਸਿਖਾ ਦਿੱਤਾ ਕਿ ਆਪਾਂ ਛੋਟੇ ਬੱਚੇ ਨੂੰ ਕਿਵੇਂ ਸਿਖਾਵਾਂਗੇ, ਇੱਕਦਮ ਜੇ ਆਪਾਂ ਇਹ ਨਹੀਂ ਕਵਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਸੌਖੇ ਜੋ ਸ਼ਬਦ ਨੇ ਉਹ ਸਿਖਾਏ ਜਾਣਗੇ। ਸਭ ਤੋਂ ਪਹਿਲਾਂ ਉਸਨੂੰ ਸਿਖਾਇਆ ਜਾਏਗਾ ਹਾਹਾ, ਠੀਕ ਹੈ। ਹੁਣ ਹਾਹਾ ਤੋਂ ਬਾਅਦ ਉਸਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਕਿ ਹਾਹਾ ਆਪਾਂ ਕਿਸ ਤਰੀਕੇ ਨਾਲ ਪਾਉਣਾ ਹੈ, ਉਸਨੂੰ ਲਿਖਣਾ ਆ ਗਿਆ। ਉਸ ਤੋਂ ਬਾਅਦ ਉਸਨੂੰ ਸਮਝਾਇਆ ਜਾਏਗਾ ਕਿ ਇਸ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਕਰਕੇ ਇਹ ਬਣ ਜਾਏਗਾ ਰਾਰਾ, ਠੀਕ ਹੈ ਜੀ। ਜਦੋਂ ਉਹ ਰਾਰਾ ਵੀ ਸਿੱਖ ਲੈਂਦਾ ਹੈ ਤਾਂ ਉਸਨੂੰ ਸਿਖਾਇਆ ਜਾਏਗਾ ਕਿ ਨਾਲ ਇੱਕ ਹੋਰ ਡੰਡੀ ਲਗਾ ਕੇ ਕੀ ਬਣ ਜਾਏਗਾ ਗੱਗਾ। ਤਾਂ ਇਸ ਤਰੀਕੇ ਨਾਲ ਸੌਖੇ ਤੋਂ ਔਖੇ ਵੱਲ ਜਾ ਕੇ ਬਹੁਤ ਚੰਗੇ ਤਰੀਕੇ ਨਾਲ ਸਿਖਾਇਆ ਜਾ ਸਕਦਾ ਹੈ, ਠੀਕ ਹੈ ਜੀ। ਜਾਂ ਫਿਰ ਹੋਰ ਅਗਰ ਆਪਾਂ ਗੱਲ ਕਰੀਏ
ਇੱਦਾਂ ਦੀਆਂ ਬਹੁਤ ਸਾਰੀ ਐਗਜ਼ਾਮਪਲਸ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਆਪਾਂ ਈਜ਼ੀਲੀ ਦੱਸ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਸੌਖੇ ਤੋਂ ਔਖੇ ਸ਼ਬਦ ਨੇ ਜਿਹੜੇ ਲਿਖਣੇ ਦੱਸੇ ਜਾ ਸਕਦੇ ਨੇ। ਉਮੀਦ ਹੈ ਕਲੀਅਰ ਹੋ ਗਿਆ ਹੋਵੇਗਾ ਤੁਹਾਨੂੰ, ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ, ਇਹ ਤਾਂ ਸੀ ਜਦੋਂ ਅੱਖਰ ਹੋ ਗਏ, ਠੀਕ ਹੈ। ਸਭ ਤੋਂ ਪਹਿਲਾਂ ਬੱਚੇ ਨੂੰ ਤਿਆਰ ਕੀਤਾ, ਫਿਰ ਉਸ ਨੂੰ ਇੱਕ ਇੱਕ ਅੱਖਰ ਲਿਖਣਾ ਸਿਖਾਇਆ। ਹੁਣ ਜਦੋਂ ਅੱਖਰ ਲਿਖਣਾ ਸਿੱਖ ਗਿਆ ਤਾਂ ਹੁਣ ਦੋ ਅੱਖਰ ਨੂੰ ਲਿਖੇਗਾ, ਦੋ ਅੱਖਰਾਂ ਨੂੰ ਮਿਲਾ ਕੇ ਕੀ ਬਣਦਾ ਹੈ, ਸ਼ਬਦ ਬਣਦਾ ਹੈ, ਜਾਂ ਬਹੁਤ ਸਾਰੇ ਸ਼ਬਦਾਂ ਨੂੰ ਮਿਲਾ ਕੇ ਕੀ ਬਣਦਾ ਹੈ, ਵਾਕ ਬਣਦਾ ਹੈ, ਠੀਕ ਹੈ। ਹੁਣ ਬੱਚੇ ਨੂੰ ਇਹ ਸਿਖਾਉਣਾ ਜ਼ਰੂਰੀ ਹੈ ਕਿ ਸ਼ਬਦ ਤੇ ਵਾਕ ਦੀ ਰਚਨਾ ਕਿਵੇਂ ਕਰਨੀ ਹੈ, ਠੀਕ ਹੈ। ਕਿਉਂਕਿ ਹੁਣ ਉਹ ਅੱਖਰ ਲਿਖਣੇ ਤਾਂ ਸਿੱਖ ਗਿਆ, ਅੱਖਰਾਂ ਨੂੰ ਮਿਲਾ ਕੇ ਸ਼ਬਦ, ਸ਼ਬਦਾਂ ਨੂੰ ਮਿਲਾ ਕੇ ਵਾਕ ਕਿਵੇਂ ਬਣਾਇਆ ਜਾ ਸਕਦਾ ਹੈ। ਤਾਂ ਸ਼ਬਦਾਂ ਤੇ ਵਾਕਾਂ ਦੀ ਰਚਨਾ ਸਿਖਾਈ ਜਾਂਦੀ ਹੈ, ਠੀਕ ਹੈ। ਸ਼ੁੱਧ ਆਪਾਂ ਕਹਿ ਸਕਦੇ ਹਾਂ ਹੁਣ ਸ਼ਬਦਾਂ ਤੇ ਵਾਕਾਂ ਦੇ ਵਿੱਚ ਕੀ ਹੁੰਦਾ ਹੈ, ਸ਼ਬਦਾਂ ਦੇ ਵਾਕਾਂ ਦੇ ਵਿੱਚ ਸ਼ੁੱਧ ਆਪਾਂ ਕਹਿ ਸਕਦੇ ਹਾਂ ਵਰਤਨੀ, ਵਿਸ਼ਰਾਮ ਚਿੰਨ੍ਹ ਜਾਂ ਵਾਕਾਂ ਦੇ ਨਿਯਮ ਨੇ ਜਿਹੜੇ ਉਹਨਾਂ ਦਾ ਪ੍ਰਯੋਗ ਕਰਨਾ। ਵਾਕਾਂ ਦੇ ਨਿਯਮ ਦਾ ਮਤਲਬ ਇਹ ਹੋ ਗਿਆ, ਫੋਰ ਐਗਜ਼ਾਮਪਲ ਆਪਾਂ ਇੰਗਲਿਸ਼ ਲੈਂਦੇ ਹਾਂ, ਇੰਗਲਿਸ਼ ਜਦੋਂ ਵੀ ਆਪਾਂ ਕੋਈ ਲਾਈਨ ਲਿਖਦੇ ਹਾਂ ਆਪਾਂ ਪ੍ਰੋਪਰਲੀ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਮੈंने ਸਬਜੈਕਟ ਲਿਖਣਾ ਹੈ, ਫਿਰ ਮੈंने ਕੀ ਲਿਖਣੀ ਹੈ, ਵਰਬ ਲਿਖਣੀ ਹੈ, ਫਿਰ ਮੈंने ਕੀ ਲਿਖਣਾ, ਆਬਜੈਕਟ ਲਿਖਣਾ ਹੈ। ਇੱਕ ਰੂਲ ਨੂੰ ਆਪਾਂ ਫੋਲੋ ਕਰਦੇ ਹਾਂ ਜਿਹੜੀ ਕਿ ਗ੍ਰਾਮਰ ਦਾ ਰੂਲ ਹੁੰਦਾ, ਕਿਉਂਕਿ ਅਗਰ ਆਪਾਂ ਇਸ ਰੂਲ ਦੇ ਵਿੱਚ ਨਹੀਂ ਲਿਖेंगे ਤਾਂ ਆਪਣੀ ਜੋ ਵੀ ਆਪਾਂ ਵਾਕ ਲਿਖਾਂਗੇ ਉਸਦੀ ਕੋਈ ਸੈਂਸ ਨਹੀਂ ਬਣੇਗੀ। ਅਗਰ ਮੈਂ ਉਲਟ ਫੁਲਟ ਲਿਖਦਾ, ਪਹਿਲਾਂ ਸਬਜੈਕਟ ਲਿਖਦਾ, ਫਿਰ ਆਬਜੈਕਟ ਲਿਖਦਾ, ਫਿਰ ਐਂਡ ਦੇ ਉੱਪਰ ਵਰਬ ਕਰਦਾ ਤਾਂ ਪੋਸੀਬਲ ਨਹੀਂ ਹੈ, ਉਹ ਗਲਤ ਹੋ ਜਾਏਗਾ, ਠੀਕ ਹੈ। ਤਾਂ ਇਸ ਲਈ ਬੱਚਿਆਂ ਨੂੰ ਪ੍ਰੋਪਰਲੀ ਇੱਕ ਨੌਲੇਜ ਦਿੱਤੀ ਜਾਂਦੀ ਹੈ ਕਿ ਮੈਂ ਸਕੂਲ ਜਾਂਦਾ ਹਾਂ, ਠੀਕ ਹੈ, ਮੈਂ ਸਕੂਲ ਜਾਂਦਾ ਹਾਂ। ਤਾਂ ਮੈਂ ਸਕੂਲ ਜਾਂਦਾ ਹਾਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ, ਫਿਰ ਉਸ ਤੋਂ ਬਾਅਦ ਸਕੂਲ, ਫਿਰ ਜਾਂਦਾ ਹਾਂ। ਜੇਕਰ ਮੈਂ ਇਸਨੂੰ ਉਲਟ ਫੁਲਟ ਲਿਖਦਾ ਤਾਂ ਇਸਦੀ ਕੋਈ ਸੈਂਸ ਨਹੀਂ ਬਣੇਗੀ। ਜਿਵੇਂ ਮੈਂ ਹਾਂ ਸਕੂਲ ਜਾਂਦਾ ਤਾਂ ਉਹ ਕੀ ਹੋ ਜਾਏਗਾ, ਗਲਤ ਹੋ ਜਾਏਗਾ। ਤਾਂ ਵਾਕ ਦੇ ਸ਼ਬਦ ਜਿਵੇਂ ਵੀ ਲਿਖਣੇ ਹਨ ਉਹਦੇ ਵਿੱਚ ਕਿੱਥੇ ਆਪਾਂ ਵਿਸ਼ਰਾਮ ਚਿੰਨ੍ਹ ਯੂਜ਼ ਕਰਨੇ ਨੇ, ਕਿਹੜੀ ਆਪਾਂ ਰੂਲ ਰੈਗੂਲੇਸ਼ਨਸ ਨੂੰ, ਵਾਕਾਂ ਦੇ ਜੋ ਵੀ ਨਿਯਮ ਨੇ ਉਹਨਾਂ ਨੂੰ ਯੂਜ਼ ਕਰਨਾ। ਪ੍ਰੋਪਰਲੀ ਇੱਕ ਐਜੂਕੇਸ਼ਨ ਹੈ ਜੋ ਦਿੱਤੀ ਜਾਂਦੀ ਹੈ। ਸੁੰਦਰ ਲਿਖਾਈ 'ਤੇ ਜ਼ੋਰ ਦਿੱਤਾ ਜਾਂਦਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਇੰਪੋਰਟੈਂਟ ਵੀ ਹੈ ਅਤੇ ਬੇਸਿਕ ਜਿਹੀ ਚੀਜ਼ ਵੀ ਹੈ, ਠੀਕ ਹੈ। ਹੁਣ ਇਹਦੇ ਲਈ ਆਪਾਂ ਕਿਹੜੀਆਂ ਵਿਧੀਆਂ ਦਾ ਵਰਤੋਂ ਕਰਦੇ ਹਾਂ, ਅਨੁਲਿਪੀ ਅਤੇ ਪ੍ਰਤੀਲਿਪੀ। ਅਨੁਲਿਪੀ ਅਤੇ ਪ੍ਰਤੀਲਿਪੀ ਕੀ ਹੈ, ਸ਼ਬਦਾਂ ਅਤੇ ਵਾਕਾਂ ਨੂੰ ਵੇਖ ਕੇ ਲਿਖਣਾ, ਠੀਕ ਹੈ। ਜਿਵੇਂ ਆਪਾਂ ਅੱਖਰਾਂ ਨੂੰ ਪਹਿਲਾਂ ਵੇਖ ਕੇ ਲਿਖਣਾ ਸਿਖਾਇਆ ਜਾਂਦਾ ਹੈ, ਉਵੇਂ ਪਹਿਲਾਂ ਸ਼ਬਦਾਂ ਦੇ ਵਾਕਾਂ ਨੂੰ ਵੀ ਵੇਖ ਕੇ ਲਿਖਣਾ ਸਿਖਾਇਆ ਜਾਂਦਾ ਹੈ, ਠੀਕ ਹੈ। ਜਿਵੇਂ ਛੋਟੇ ਬੱਚਿਆਂ ਨੂੰ ਪਹਿਲਾਂ ਕੀ ਸਿਖਾਇਆ ਜਾਂਦਾ ਕਿ ਦੋ ਅੱਖਰਾਂ ਵਾਲੇ ਸ਼ਬਦ ਲਿਖੋ, ਦੋ ਅੱਖਰਾਂ ਵਾਲੇ ਸ਼ਬਦ ਪਹਿਲਾਂ ਉਸ ਨੂੰ ਖੁਦ ਲਿਖ ਕੇ ਦਿਖਾਏ ਜਾਂਦੇ ਹਨ, ਠੀਕ ਹੈ। ਜਿਵੇਂ ਮਨ, ਤਾਂ ਬੱਚੇ ਸੋਚਣ ਦੀ ਕੋਸ਼ਿਸ਼ ਕਰਦੇ ਨੇ ਕਿ ਮਾਂ ਦੇ ਵਿੱਚ ਨਾ ਮੈਂ ਐਡ ਕਰਤਾ ਤਾਂ ਉਹ ਮਨ ਬਣ ਗਿਆ, ਔਰ ਮਨ ਕੀ ਹੁੰਦਾ ਸਭ ਨੂੰ ਪਤਾ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਬੱਚਿਆਂ ਨੂੰ ਲਿਖਣਾ ਸਿਖਾਇਆ ਜਾਂਦਾ, ਪਹਿਲਾਂ ਉਸ ਨੂੰ ਟੀਚਰ ਖੁਦ ਲਿਖ ਕੇ ਦੱਸਦਾ ਅਤੇ ਉਸ ਤੋਂ ਬਾਅਦ ਬੱਚਾ ਸਿੱਖਦਾ, ਠੀਕ ਹੈ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਫਿਰ ਇਹਨਾਂ ਸ਼ਬਦਾਂ ਨੂੰ ਜੋੜ ਕੇ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਵਾਕ ਲਿਖਣਾ ਸਿਖਾਇਆ ਜਾਂਦਾ ਹੈ। ਬੋਲ ਲਿਖਤ ਵਿਧੀ ਕਿਹੜੀ ਹੁੰਦੀ ਹੈ, ਡਿਕਟੇਸ਼ਨ ਹੁੰਦੀ ਹੈ। ਹੁਣ ਟੀਚਰ ਬੋਲ ਰਿਹਾ ਹੈ, ਟੀਚਰ ਨੇ ਸ਼ਬਦ ਬੋਲਿਆ ਚਹਿਲ, ਤਾਂ ਬੱਚੇ ਖੁਦ ਜੋੜ ਕੇ, ਟੀਚਰ ਦੀ ਆਵਾਜ਼ ਉਹਨਾਂ ਨੇ ਸੁਣੀ ਚਹਿਲ, ਤਾਂ ਉਹ ਖੁਦ ਥੋੜ੍ਹਾ ਸੋਚਣਗੇ ਕਿ ਕਿਸ ਤਰੀਕੇ ਨਾਲ ਲਿਖੀਏ। ਸਭ ਤੋਂ ਪਹਿਲਾਂ ਚ ਦੀ ਆਵਾਜ਼ ਆ ਰਹੀ ਹੈ, ਫਿਰ ਹ ਦੀ ਆਵਾਜ਼ ਆ ਰਹੀ ਹੈ, ਫਿਰ ਲ ਦੀ ਆਵਾਜ਼ ਆ ਰਹੀ ਹੈ। ਤਾਂ ਇਸ ਤਰੀਕੇ ਨਾਲ ਉਹ ਆਪਣੀ ਜੋ ਲਿਖਣਾ ਸ਼ਬਦ ਜਾਂ ਵਾਕ ਹੈ ਉਹਨਾਂ ਨੂੰ ਸਿੱਖਦੇ ਨੇ, ਠੀਕ ਹੈ। ਅਤੇ ਕਿਹੜੀਆਂ ਵਿਧੀਆਂ ਆਪਾਂ ਇੱਥੇ ਦੇਖੀਆਂ, ਅਨੁਲਿਪੀ ਜਾਂ ਪ੍ਰਤੀਲਿਪੀ ਮਤਲਬ ਸ਼ਬਦ ਅਤੇ ਵਾਕਾਂ ਨੂੰ ਦੇਖ ਕੇ ਲਿਖਣਾ। ਬੋਲ ਲਿਖਤ ਵਿਧੀ ਡਿਕਟੇਸ਼ਨ ਜੋ ਕਿ ਆਪਾਂ ਬਚਪਨ ਤੋਂ ਹੀ ਕਰਦੇ ਵੀ ਆ ਰਹੇ ਹਾਂ ਅਤੇ ਕਰਾਉਂਦੇ ਵੀ ਆ ਰਹੇ ਹਾਂ, ਠੀਕ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਇਸ ਤੋਂ ਬਾਅਦ ਆ ਜਾਂਦਾ ਆਦਰਸ਼ ਲਿਖਤ ਜਾਂ ਅਭਿਆਸ। ਹੁਣ ਜਦੋਂ ਬੱਚਿਆਂ ਨੂੰ ਸਮਝ ਆ ਗਿਆ ਕਿ ਪ੍ਰੋਪਰਲੀ ਸ਼ਬਦ ਜਾਂ ਵਾਕ ਕਿਸ ਤਰੀਕੇ ਨਾਲ ਲਿਖੇ ਜਾਂਦੇ ਨੇ ਤਾਂ ਇੱਕ ਸਹੀ ਤਰੀਕੇ ਨਾਲ ਇੱਕ ਪ੍ਰੋਪਰਲੀ ਸੈਂਸਫੁਲ ਲਿਖਣਾ ਕਿਵੇਂ ਸਿਖਾਇਆ ਜਾਂਦਾ। ਸੈਂਸਫੁਲ ਦਾ ਮਤਲਬ ਹੋ ਗਿਆ ਕਿ ਸਹੀ ਲਿਖਣਾ, ਸ਼ਬਦਾਂ ਦਾ ਇੱਕ ਸਹੀ ਤਰੀਕੇ ਨਾਲ ਯੂਜ਼ ਕਰਨਾ, ਵਾਕਾਂ ਦਾ ਇੱਕ ਸਹੀ ਤਰੀਕੇ ਨਾਲ ਯੂਜ਼ ਕਰਨਾ, ਠੀਕ ਹੈ। ਆਦਰਸ਼ ਲਿਖਤ ਦਾ ਇਹ ਮਤਲਬ ਹੋ ਗਿਆ ਕਿ ਬਿਲਕੁਲ ਸਹੀ ਤਰੀਕੇ ਨਾਲ ਇੱਕ ਪ੍ਰੋਪਰ ਲਿਖਣਾ। ਇਸ ਦਾ ਸੰਬੰਧ ਕੀ ਹੁੰਦਾ, ਪਹਿਲੀ ਇਹ ਤਿੰਨ ਅਵਸਥਾਵਾਂ ਨਾਲ ਹੁੰਦਾ। ਅਗਰ ਕੋਈ ਬੱਚਾ, ਸਭ ਤੋਂ ਪਹਿਲੀ ਅਵਸਥਾ ਦੇਖੋ ਆਪਣੇ ਕੋਲ ਕੀ ਸੀ, ਅਗਰ ਕੋਈ ਬੱਚਾ ਸਰੀਰਕ ਜਾਂ ਮਾਨਸਿਕ ਰੂਪ ਦੇ ਵਿੱਚ ਤਿਆਰ ਨਹੀਂ ਹੈ ਤਾਂ ਉਹ ਆਦਰਸ਼ ਨਹੀਂ ਲਿਖ ਪਾਏਗਾ। ਆਦਰਸ਼ ਹੋ ਗਿਆ ਮਤਲਬ ਬਿਲਕੁਲ ਸਹੀ, ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਹੀ ਵਾਕਾਂ ਦਾ, ਸਹੀ ਸ਼ਬਦਾਂ ਦਾ, ਸਹੀ ਤਰੀਕੇ ਨਾਲ ਜੋ ਰੂਲਸ ਰੈਗੂਲੇਸ਼ਨਸ ਨੇ, ਚਿੰਨ੍ਹ ਨੇ, ਠੀਕ ਹੈ, ਨਿਯਮ ਨੇ, ਹਰ ਇੱਕ ਚੀਜ਼ ਦਾ ਪ੍ਰੋਪਰਲੀ ਯੂਜ਼ ਕੀਤਾ ਜਾਵੇ, ਇੱਕ ਚੰਗਾ ਲਿਖਿਆ ਜਾਵੇ। ਤਾਂ ਜਦੋਂ ਤੱਕ ਬੱਚਾ ਮਾਨਸਿਕ ਰੂਪ ਵਿੱਚ ਜਾਂ ਸਰੀਰਕ ਰੂਪ ਵਿੱਚ ਤਿਆਰ ਰਹੀ ਹੈ, ਸਾਲ ਦਾ ਬੱਚਾ ਆਦਰਸ਼ ਨਹੀਂ ਲਿਖ ਸਕਦਾ ਕਿਉਂਕਿ ਉਹ ਤਿਆਰ ਹੀ ਨਹੀਂ ਹੈ, ਨਾ ਉਹ ਸਰੀਰਕ ਪੱਖੋਂ ਤਿਆਰ ਹੈ, ਨਾ ਉਹ ਮਾਨਸਿਕ ਪੱਖੋਂ ਤਿਆਰ ਹੈ, ਠੀਕ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਅੱਖਰਾਂ ਦੀ ਰਚਨਾ ਜਦੋਂ ਤੱਕ ਬੱਚੇ ਨੂੰ ਨਹੀਂ ਆਏਗੀ ਜਾਂ ਫਿਰ ਸ਼ਬਦ ਅਤੇ ਵਾਕਾਂ ਦੀ ਰਚਨਾ ਬੱਚੇ ਨੂੰ ਨਹੀਂ ਆਏਗੀ ਉਦੋਂ ਤੱਕ ਉਹ ਸਹੀ ਨਹੀਂ ਲਿਖ ਸਕਦਾ। ਤਾਂ ਚੌਥਾ ਜੋ ਪਾਰਟ ਹੈ ਉਹ ਟੋਟਲੀ ਡਿਪੈਂਡ ਕਰਦਾ ਹੈ ਪਹਿਲੇ ਤਿੰਨ ਦੇ ਉੱਪਰ, ਠੀਕ ਹੈ। ਜਦੋਂ ਬੱਚਾ ਪਹਿਲੀਆਂ ਤਿੰਨ ਸਟੇਜਸ ਦੇ ਵਿੱਚੋਂ ਬਹੁਤ ਚੰਗੀ ਤਰ੍ਹਾਂ ਉੱਭਰ ਕੇ ਆਉਂਦਾ ਹੈ ਫਿਰ ਉਹ ਫੋਰਥ ਨੂੰ ਕਰਨ ਦੇ ਲਾਇਕ ਵੀ ਹੋ ਜਾਂਦਾ, ਫੋਰਥ ਨੂੰ ਕਰਨ ਦੇ ਯੋਗ ਵੀ ਹੋ ਜਾਂਦਾ ਹੈ। ਤਾਂ ਇਹਦੀਆਂ ਵਿਧੀਆਂ ਕਿਹੜੀਆਂ ਹੋ ਜਾਂਦੀਆਂ ਨੇ, ਚਿੱਤਰ ਵਿਧੀ ਹੋ ਜਾਂਦੀ ਹੈ, ਖਾਲੀ ਸਥਾਨ ਹੋ ਜਾਂਦਾ ਹੈ, ਵਾਕਾਂ ਦੀ ਵਰਤੋਂ ਹੋ ਜਾਂਦਾ ਹੈ। ਹੁਣ ਤੁਸੀਂ ਇੱਥੇ ਇੱਕ ਚੀਜ਼ ਦੇਖੋ, ਇਹਨਾਂ ਸਾਰੀਆਂ ਵਿਧੀਆਂ ਦੇ ਵਿੱਚ ਬੱਚਾ ਖੁਦ ਲਿਖਦਾ ਹੈ। ਚਿੱਤਰ ਵਿਧੀ ਕਿਸੇ ਡਾਇਗਰਾਮ ਨੂੰ ਦੇਖ ਕੇ ਉਸ ਨੂੰ ਐਕਸਪਲੇਨ ਕਰਨਾ,
ਖਾਲੀ ਸਥਾਨ ਹੋ ਗਏ, ਇੱਕ ਲਾਈਨ ਲਿਖੀ ਹੋਈ ਹੈ ਉਸਨੂੰ ਸਮਝਣਾ ਕਿ ਉਸਦੇ ਵਿੱਚ ਕੀ ਜਗ੍ਹਾ ਹੈ ਛੱਡੀ ਹੋਈ ਹੈ, ਉਸਦੇ ਵਿੱਚ ਕੀ ਸ਼ਬਦ ਆਏਗਾ, ਵਾਕਾਂ ਵਿੱਚ ਵਰਤੋ ਜਾਂ ਫਿਰ ਇੱਕ ਸ਼ਬਦ ਦੇਤਾ ਉਸ ਤੋਂ ਇੱਕ ਪੂਰੀ ਦੀ ਪੂਰੀ ਇੱਕ ਵਾਕ ਬਣਾਉਣਾ, ਠੀਕ ਹੈ ਜੀ। ਚਿੱਠੀ ਪੱਤਰ ਹੋ ਗਏ ਜਿਹਦੇ ਵਿੱਚ ਬੱਚਾ ਖੁਦ ਐਕਸਪਲੇਨ ਕਰਦਾ ਹੈ, ਠੀਕ ਹੈ। ਕਹਾਣੀਆਂ ਹੋ ਗਈਆਂ, ਖੁਦ ਲਿਖਣਾ, ਨਿਬੰਧ ਲਿਖਣਾ, ਪੈਰਾ ਲਿਖਣਾ, ਵਾਰਤਾਲਾਪ, ਘਟਨਾ ਦਾ ਵਰਣਨ ਹੋ ਗਿਆ, ਸਫ਼ਰਨਾਮਾ, ਮਤਲਬ ਇਹ ਸਾਰੀਆਂ ਚੀਜ਼ਾਂ ਜੋ ਕਿਤੇ ਨਾ ਕਿਤੇ ਆਪਾਂ ਗ੍ਰਾਮਰ ਦਾ ਪਾਰਟ ਬੋਲ ਦਿੰਦੇ ਹਾਂ ਤਾਂ ਇਹ ਸਾਰੀਆਂ ਚੀਜ਼ਾਂ ਆਦਰਸ਼ ਲਿਖਤ ਦਾ ਇੱਕ ਇੰਪੋਰਟੈਂਟ ਰੋਲ ਨੇ। ਔਰ ਇਹ ਸਭ ਕੁਝ ਬੱਚਾ ਐਸੇ ਕਿਵੇਂ ਲਿਖੇਗਾ, ਨਿਬੰਧ ਕਿਵੇਂ ਲਿਖੇਗਾ, ਜੇਕਰ ਉਸਨੂੰ ਪਤਾ ਹੈ ਕਿ ਉਸਨੇ ਵਾਕਾਂ ਦਾ ਪ੍ਰਯੋਗ ਕਿਵੇਂ ਕਰਨਾ ਹੈ, ਸ਼ਬਦਾਂ ਦਾ ਪ੍ਰਯੋਗ ਕਿਵੇਂ ਕਰਨਾ ਹੈ, ਠੀਕ ਹੈ। ਜਦੋਂ ਉਸਨੂੰ ਵਾਕ ਬਣਾਉਣਾ ਆਉਂਦਾ ਹੈ ਤਾਂ ਬਹੁਤ ਸਾਰੇ ਵਾਕਾਂ ਨੂੰ ਸਹੀ ਰੂਪ ਦੇ ਕੇ ਉਹ ਨਿਬੰਧ ਲਿਖ ਸਕਦਾ ਹੈ, ਪੈਰਾ ਰਚਨਾ ਲਿਖ ਸਕਦਾ ਹੈ, ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਫੋਰਥ ਪਾਰਟ ਜੋ ਹੈ ਕੰਪਲੀਟਲੀ ਸਮਝ ਆ ਗਿਆ ਹੋਏਗਾ। ਨੈਕਸਟ ਅਗਰ ਆਪਾਂ ਗੱਲ ਕਰੀਏ ਇਸ ਤੋਂ ਬਾਅਦ ਆ ਜਾਂਦਾ ਜੀ ਲਿਖਣਾ ਸਿਖਾਉਣ ਦੀਆਂ ਕਿਹੜੀਆਂ ਵਿਧੀਆਂ ਹੁੰਦੀਆਂ ਨੇ। ਇਸ ਤੋਂ ਪਹਿਲਾਂ ਆਪਾਂ ਦੇਖਿਆ, ਹਾਂਜੀ, ਇਸ ਤੋਂ ਬਾਅਦ ਆ ਜਾਂਦਾ ਲਿਖਣਾ ਸਿਖਾਉਣ ਦੀਆਂ ਕਿਹੜੀਆਂ ਵਿਧੀਆਂ ਹੁੰਦੀਆਂ ਨੇ, ਠੀਕ ਹੈ। ਆਪਾਂ ਕਿਹੜੀਆਂ ਵਿਧੀਆਂ ਟੀਚਰ ਯੂਜ਼ ਕਰ ਸਕਦਾ ਔਰ ਇੱਕ ਬੱਚੇ ਦੀ ਪ੍ਰੋਪਰਲੀ ਆਪਾਂ ਕਹਿ ਸਕਦੇ ਕਿ ਰਾਈਟਿੰਗ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਆ ਰਿਹਾ ਪ੍ਰਤਿਸਥਾਪਨ ਵਿਧੀ, ਠੀਕ ਹੈ। ਜਦੋਂ ਵਿਜ਼ੀਬਲ ਨਹੀਂ ਹੈ ਥੋੜਾ 1 ਮਿੰਟ, ਤਾਂ ਸਭ ਤੋਂ ਪਹਿਲਾਂ ਤਾਂ ਆ ਰਹੀ ਹੈ ਜੀ ਪ੍ਰਤਿਸਥਾਪਨ ਵਿਧੀ। ਤਾਂ ਪ੍ਰਤਿਸਥਾਪਨ ਵਿਧੀ ਦੇ ਵਿੱਚ ਆਪਾਂ ਨੂੰ ਕੀ ਦੇਖਣ ਨੂੰ ਮਿਲ ਰਿਹਾ, ਤਾਂ ਸਭ ਤੋਂ ਪਹਿਲਾਂ ਹੈ ਤੁਹਾਡੇ ਕੋਲੇ ਪ੍ਰਤਿਸਥਾਪਨ ਵਿਧੀ। ਪ੍ਰਤਿਸਥਾਪਨ ਵਿਧੀ ਦੇ ਵਿੱਚ ਕੀ ਹੈ, ਅੱਖਰਾਂ ਦਾ ਸਥਾਨ ਬਦਲ ਕੇ ਨਵਾਂ ਸ਼ਬਦ ਬਣਾਉਣਾ। ਇਸ ਵਿਧੀ ਨਾਲ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਿਖਾਇਆ ਜਾ ਸਕਦਾ ਹੈ, ਠੀਕ ਹੈ। ਜਿਵੇਂ ਬੱਚਿਆਂ ਨੂੰ ਪਹਿਲਾਂ ਸਿਖਾ ਦਿੱਤਾ ਕਿ ਐਗਜ਼ਾਮਪਲ ਵੀ ਤੁਹਾਡੇ ਸਾਹਮਣੇ ਹੈ ਕਿ ਬੱਚਿਆਂ ਨੂੰ ਪਹਿਲਾਂ ਸਿਖਾ ਦਿੱਤਾ ਕਿ ਕਲਮ, ਬੱਚਿਆਂ ਨੂੰ ਸਮਝ ਆ ਗਿਆ ਕ ਲ ਮ, ਇਹਨਾਂ ਤਿੰਨਾਂ ਚੀਜ਼ਾਂ ਨੂੰ ਯੂਜ਼ ਕਰਕੇ ਸਭ ਤੋਂ ਪਹਿਲਾਂ ਕ ਦੀ ਆਵਾਜ਼ ਆ ਰਹੀ ਹੈ, ਫਿਰ ਲ ਦੀ ਆਵਾਜ਼ ਆ ਰਹੀ ਹੈ, ਠੀਕ ਹੈ ਜੀ, ਫਿਰ ਮ ਦੀ ਆਵਾਜ਼ ਆ ਰਹੀ ਹੈ। ਤਾਂ ਇਸ ਤਰੀਕੇ ਨਾਲ ਬੱਚੇ ਲਿਖਣਾ ਸਿੱਖ ਗਏ। ਹੁਣ ਉਹਨਾਂ ਨੂੰ ਸਮਝਾਓ ਕਿ ਅਗਰ ਕਲਮ ਤੋਂ ਲਮਕ ਬਣਾਉਣਾ ਹੈ ਤਾਂ ਕਿਸ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਸਿਰਫ ਅੱਖਰਾਂ ਨੂੰ ਇੱਧਰ ਉੱਧਰ ਕਰਕੇ, ਠੀਕ ਹੈ, ਲ ਮ ਕ, ਸਿਰਫ ਅੱਖਰਾਂ ਦਾ ਜਸਟ ਆਪਾਂ ਕਹਿ ਸਕਦੇ ਹਾਂ ਸਥਾਨ ਬਦਲ ਕੇ ਈਜ਼ੀਲੀ ਉਹਨਾਂ ਨੂੰ ਜੋ ਵਰਡਿੰਗ ਹੈ ਉਹਨਾਂ ਦੇ ਵਿੱਚ ਫਰਕ, ਠੀਕ ਹੈ। ਹੁਣ ਜਿਵੇਂ ਅਗਰ ਆਪਾਂ ਲਾਵਾਂ ਪੜ੍ਹਾਉਣੀ ਹੈ ਤਾਂ ਲਾਵਾਂ ਕਿਵੇਂ ਪੜ੍ਹਾਵਾਂਗੇ ਕੋਈ ਵੀ ਤੁਸੀਂ ਐਗਜ਼ਾਮਪਲ ਲੈ ਸਕੋ ਕਿ ਅਗਰ ਇੱਕ ਸ਼ਬਦ ਦੇ ਉੱਪਰ ਸ਼ਬਦਾਂ ਦਾ ਜੋ ਸਥਾਨ ਦਾ ਆਪਾਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਜੋ ਸਥਾਨ ਹੈ ਉਹਨਾਂ ਨੂੰ ਬਦਲ ਕੇ ਈਜ਼ੀਲੀ ਪ੍ਰੋਪਰਲੀ ਵਧੀਆ ਲਰਨਿੰਗ ਕਰਵਾਈ ਜਾ ਸਕਦੀ ਹੈ। ਇਸ ਵਿਧੀ ਨੂੰ ਆਪਾਂ ਕੀ ਬੋਲਦੇ ਹਾਂ, ਪ੍ਰਤਿਸਥਾਪਨ ਵਿਧੀ ਬੋਲਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਆ ਜਾਂਦੀ ਹੈ ਮੌਂਟੈਂਸਰੀ ਵਿਧੀ। ਮੌਂਟੈਂਸਰੀ ਵਿਧੀ ਦੇ ਵਿੱਚ ਕੀ ਆਉਂਦਾ ਹੈ, ਖੇਡ ਵਿੱਚ ਲਿਖਣਾ ਸਿਖਾਉਣਾ। ਮੌਂਟੈਂਸਰੀ ਦੇ ਵਿੱਚ ਆਉਂਦਾ ਹੈ ਕਿ ਖੇਡਦੇ ਸਿਖਾਉਣਾ, ਠੀਕ ਹੈ ਜੀ। ਪੈਨ ਪੈਨਸਿਲ ਕਿਵੇਂ ਪਕੜਨਾ ਹੈ, ਉਸਨੂੰ ਅੱਖਰ ਕਿਵੇਂ ਲਿਖਣਾ ਹੈ, ਇਹ ਸਾਰਾ ਕੁਛ ਦੱਸਣਾ। ਉਸ ਤੋਂ ਬਾਅਦ ਆ ਜਾਂਦਾ ਅੱਖਰਾਂ ਦਾ ਧੁਨਿਆਤਮਕ ਵਿਸ਼ਲੇਸ਼ਣ, ਠੀਕ ਹੈ। ਜਿਵੇਂ ਸ਼ ਅਤੇ ਸ਼ ਦੇ ਵਿੱਚ ਕੀ ਫਰਕ ਹੈ, ਜਦੋਂ ਆਪਾਂ ਸ ਦੇ ਪੈਰ ਦੇ ਵਿੱਚ ਬਿੰਦੀ ਲਗਾ ਦਿੰਦੇ ਤਾਂ ਸ਼ ਬਣ ਜਾਂਦਾ ਹੈ, ਠੀਕ ਹੈ। ਜਾਂ ਫਿਰ ਜਿਹੜੇ ਗੱਤੇ ਦੇ ਬਣੇ ਹੋਏ ਅੱਖਰ ਹੁੰਦੇ ਨੇ ਉਹਨਾਂ ਉੱਪਰ ਉਂਗਲਾ ਫੇਰਨਾ, ਠੀਕ ਹੈ, ਤਾਂ ਕਿ ਬੱਚੇ ਅਗਰ ਕਿਸੇ ਗੱਤੇ ਦੇ ਬਣੇ ਹੋਏ ਜਿਵੇਂ ਫੋਰ ਐਗਜ਼ਾਮਪਲ ਇਸ ਤਰੀਕੇ ਨਾਲ ਕੋਈ ਅੱਖਰ ਬਣਿਆ ਹੋਇਆ ਹੈ ਉਸਦੇ ਉੱਪਰ ਉਂਗਲਾ ਫੇਰਨਗੇ ਤਾਂ ਉਹ ਸਮਝਣਗੇ, ਸਿੱਖਣਗੇ, ਠੀਕ ਹੈ, ਕਿ ਲਿਖਣਾ ਵੀ ਕਿਤੇ ਨਾ ਕਿਤੇ ਉਹ ਸਿੱਖਣਗੇ। ਅਤੇ ਜਿਵੇਂ ਉਹ ਆਪਣੀ ਉਂਗਲ ਨੂੰ ਜਾਂ ਫਿਰ ਦੁਹਰਾਉਣਗੇ ਉਸੇ ਤਰੀਕੇ ਨਾਲ ਪੈਨਸਿਲ ਨੂੰ ਵੀ ਚਲਾਉਣ ਦੀ ਕੋਸ਼ਿਸ਼ ਕਰਨਗੇ। ਤਾਂ ਖੇਡਦੇ ਸਿਖਾਉਣਾ ਕਿਸ ਵਿਧੀ ਦਾ ਪਾਰਟ ਬਣ ਜਾਂਦਾ ਜੀ, ਮੌਂਟੈਂਸਰੀ ਵਿਧੀ ਦਾ, ਠੀਕ ਹੈ। ਥਰਡ ਅਗਰ ਆਪਾਂ ਗੱਲ ਕਰੀਏ, ਥਰਡ ਤੁਸੀਂ ਦੇਖ ਰਹੇ ਹੋ, ਥਰਡ ਜੋ ਵਿਧੀ ਹੈ ਉਹ ਤੁਹਾਡੇ ਸਾਹਮਣੇ ਕਿਹੜੀ ਹੈ, ਪੈਸਟੋਲੋਜੀ ਵਿਧੀ। ਹੁਣ ਪੈਸਟੋਲੋਜੀ ਵਿਧੀ ਕਿਹੜੀ ਹੁੰਦੀ ਹੈ, ਥਰਮੋਕੋਲ ਜਾਂ ਗੱਤਿਆਂ ਦੇ ਟੁਕੜਿਆਂ ਨੂੰ ਜੋੜ ਕੇ ਇੱਕ ਸ਼ਬਦ ਬਣਾਉਣਾ ਅਤੇ ਅੱਖਰਾਂ ਦਾ ਨਿਰਮਾਣ ਕਰਨਾ, ਫਿਰ ਉਹਨਾਂ ਨੂੰ ਸਿਖਾਉਣਾ। ਮਤਲਬ ਥੋੜ੍ਹਾ ਜਿਹਾ ਪ੍ਰੈਕਟੀਕਲ ਵੇ ਦੇ ਵਿੱਚ, ਥੋੜ੍ਹਾ ਜਿਹਾ 3D ਦੇ ਵਿੱਚ ਬੱਚਿਆਂ ਨੂੰ ਥਰਮੋਕੋਲ ਦੇ ਨਾਲ ਕੋਈ ਜਿਵੇਂ ਆਪਾਂ ਮੋਡਲ ਬਣਾਉਂਦੇ ਹੋਵੇਂ ਅੱਖਰ ਬਣਾ ਕੇ ਉਹਨਾਂ ਨੂੰ ਸਿਖਾਉਣਾ ਕਿ ਇਸ ਤਰੀਕੇ ਨਾਲ ਗ ਜਾਂ ਰ ਆਪਾਂ ਲੈਂਗੁਏਜ ਨੂੰ ਲਿਖਣਾ ਸਿਖਾਉਣਾ, ਠੀਕ ਹੈ। ਉਹ ਸਾਰਾ ਕੁਛ ਇਸ ਦੇ ਵਿੱਚ ਆ ਜਾਂਦਾ ਅਤੇ ਇਸ ਨੂੰ ਕਿਹੜੀ ਵਿਧੀ ਕਿਹਾ ਜਾਂਦਾ ਹੈ, ਪੈਸਟੋਲੋਜੀ ਵਿਧੀ ਕਿਹਾ ਜਾਂਦਾ ਹੈ, ਠੀਕ ਹੈ। ਉਮੀਦ ਹੈ ਇਹ ਤਿੰਨੋਂ ਜੋ ਵਿਧੀਆਂ ਨੇ ਉਹ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਈਆਂ ਹੋਣਗੀਆਂ। ਹੁਣ ਅਗਰ ਆਪਾਂ ਗੱਲ ਕਰੀਏ, ਥੋੜ੍ਹਾ ਜਿਹਾ ਇੱਕ ਓਵਰਵਿਊ ਲੈ ਲੈਂਦੇ ਹਾਂ ਕਿ ਅੱਜ ਆਪਾਂ ਕੀ ਪੜ੍ਹਿਆ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਦੇਖਿਆ ਕਿ ਪੜ੍ਹਨਾ ਕੌਸ਼ਲ ਕੀ ਹੁੰਦਾ। ਪੜ੍ਹਨਾ ਕੌਸ਼ਲ ਕੀ ਹੁੰਦਾ ਉਸ ਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਥੋੜ੍ਹਾ ਜਿਹਾ ਦੇਖਿਆ ਕਿ ਆਪਾਂ ਪੜ੍ਹਨਾ ਕੌਸ਼ਲ ਨੂੰ ਕਿਸ ਤਰੀਕੇ ਨਾਲ ਕਹਿ ਸਕਦੇ ਹਾਂ, ਉਚਿਤ ਪੜ੍ਹਨਾ, ਠੀਕ ਹੈ। ਫਿਰ ਆਪਾਂ ਨੇ ਦੇਖਿਆ ਕਿ ਪੜ੍ਹਨਾ ਕੌਸ਼ਲ ਦੀਆਂ ਵਿਧੀਆਂ ਕਿਹੜੀਆਂ ਹੁੰਦੀਆਂ ਨੇ, ਕਿਹੜੀਆਂ ਵਿਧੀਆਂ ਨੂੰ ਯੂਜ਼ ਕਰਕੇ ਵਧੀਆ ਤਰੀਕੇ ਨਾਲ ਜੋ ਪੜ੍ਹਿਆ ਜਾ ਸਕਦਾ। ਇੱਕ ਸਟਾਰਟਿੰਗ ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ, ਤੁਹਾਨੂੰ ਇੱਥੇ ਨਜ਼ਰ ਆ ਰਿਹਾ ਹੋਏਗਾ ਬਿਲਕੁਲ ਬਿਗਨਿੰਗ ਤੋਂ, ਠੀਕ ਹੈ। ਅੱਗੇ ਅਗਰ ਆਪਾਂ ਗੱਲ ਕਰੀਏ ਕਿਹੜੀਆਂ ਪੜ੍ਹਾਈ ਦੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਨੇ, ਤਾਂ ਦੋ ਹੁੰਦੀਆਂ ਨੇ ਜੀ, ਸੁਖਮ ਅਤੇ ਸਥੂਲ, ਮਤਲਬ ਐਜੂਕੇਸ਼ਨ ਜਾਂ ਫਿਰ ਪਾਠਕ੍ਰਮ ਨਾਲ ਰਿਲੇਟਡ ਜੋ ਪੁਸਤਕਾਂ ਹੁੰਦੀਆਂ ਨੇ ਜਾਂ ਬਿਨਾਂ ਪਾਠਕ੍ਰਮ ਤੋਂ ਪੁਸਤਕਾਂ ਹੁੰਦੀਆਂ ਨੇ ਉਹਨਾਂ ਨੂੰ ਪੜ੍ਹਨਾ। ਜੋ ਪਾਠਕ੍ਰਮ ਨਾਲ ਰਿਲੇਟਡ ਪੁਸਤਕਾਂ ਹੁੰਦੀਆਂ ਨੇ ਉਸਦੇ ਆਪਾਂ ਉਦੇਸ਼ ਪੜ੍ਹੇ, ਠੀਕ ਹੈ। ਉਦੇਸ਼ ਪੜ੍ਹਨ ਤੋਂ ਬਾਅਦ ਆਪਾਂ ਦੇਖਿਆ ਕਿ ਅਧਿਆਪਕ ਕਿਵੇਂ ਮਦਦ ਕਰ ਸਕਦਾ, ਅਧਿਆਪਨ ਨੂੰ
ਅਧਿਆਪਕ ਨੂੰ ਕਿਹੜੀਆਂ ਵਿਧੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਕਿਉਂਕਿ ਇਹਦੇ ਵਿੱਚ ਕੀ ਹੋਏਗਾ, ਫਿਰ ਬੱਚਾ ਕਿਤੇ ਨਾ ਕਿਤੇ ਡਿਪੈਂਡ ਕਰਦਾ ਟੀਚਰ ਦੇ ਉੱਪਰ ਪਾਠਕ੍ਰਮ ਦੀਆਂ ਨੌਲੇਜ ਦੇ ਲਈ। ਠੀਕ ਹੈ, ਤਾਂ 2 ਢੰਗ ਆਪਾਂ ਨੇ ਇੱਥੇ ਦੇਖੇ, ਮੌਨ ਪਾਠ ਵੀ ਕੀਤਾ ਜਾ ਸਕਦਾ, ਉੱਚੀ ਵੀ ਕੀਤਾ ਜਾ ਸਕਦਾ, ਉਹ ਬੱਚੇ ਦੀ ਮਾਨਸਿਕ ਲੈਵਲ ਦੇ ਉੱਪਰ ਡਿਪੈਂਡ ਕਰਦਾ ਹੈ। ਨੈਕਸਟ ਆਪਾਂ ਪੜ੍ਹਿਆ ਸੀ ਸਥੂਲ ਜੋ ਹੈ ਬੱਚਾ ਆਪਣੀ ਮਨਮਰਜ਼ੀ ਨਾਲ ਕਰਦਾ, ਥੋੜ੍ਹਾ ਜਿਹਾ ਆਪਣੇ ਆਪ ਨੂੰ ਆਪਾਂ ਕਹਿ ਸਕਦੇ ਕਿ ਆਪਣੇ ਟਾਈਮ ਨੂੰ ਸਹੀ ਤਰੀਕੇ ਨਾਲ ਯੂਜ਼ ਕਰਨ ਲਈ ਕਰ ਸਕਦਾ, ਆਪਣੀ ਨੌਲੇਜ ਨੂੰ ਇੰਪਰੂਵ ਕਰਨ ਲਈ ਕਰ ਸਕਦਾ। ਠੀਕ ਹੈ, ਆਪਣੀ ਖੁਦ ਦੀ ਮਰਜ਼ੀ ਨਾਲ ਕਰਦਾ, ਮਨ ਮਰਜ਼ੀ ਨਾਲ ਕਰਦਾ, ਜਿਵੇਂ ਨਿਊਜ਼ਪੇਪਰ ਮੈਗਜ਼ੀਨਸ ਪੜ੍ਹਨਾ ਹੋ ਗਿਆ। ਅਤੇ ਇਹਦੇ ਵਿੱਚ ਜੋ ਟੀਚਰ ਦਾ ਰੋਲ ਹੈ ਉਹ ਕਿਤੇ ਨਾ ਕਿਤੇ ਨਹੀਂ ਹੁੰਦਾ। ਠੀਕ ਹੈ, ਇਸ ਤੋਂ ਬਾਅਦ ਆਪਾਂ ਦੇਖਿਆ ਲਿਖਣਾ ਕੌਸ਼ਲ ਕੀ ਹੁੰਦਾ। ਲਿਖਣਾ ਮਤਲਬ ਆਪਣੇ ਮਨ ਦੇ ਵਿਚਾਰਾਂ ਨੂੰ ਇੱਕ ਲਿਖਿਤ ਰੂਪ ਦੇਣਾ, ਉਸਦਾ ਮਹੱਤਵ ਕੀ ਆਪਣੀ ਲਾਈਫ ਦੇ ਵਿੱਚ ਉਹ ਦੇਖਿਆ। ਠੀਕ ਹੈ, ਕਿਉਂਕਿ ਲਿਖਣ ਦੇ ਜੋ ਮਹੱਤਵ ਨੇ ਉਹ ਤੁਸੀਂ ਆਪਣਾ ਥੋੜ੍ਹਾ ਪ੍ਰੈਕਟੀਕਲ ਲਾਈਫ ਦੇ ਵਿੱਚ ਦੇਖੋਗੇ, ਤੁਸੀਂ ਆਪਣੇ ਆਪ 'ਤੇ ਵੀ ਦੇਖੋਗੇ ਤਾਂ ਬਹੁਤ ਜ਼ਿਆਦਾ ਜੋ ਮਹੱਤਵ ਨੇ ਜਾਂ ਇੰਪੋਰਟੈਂਸ ਉਹ ਤੁਹਾਨੂੰ ਨਜ਼ਰ ਆਏਗੀ। ਲਿਖਣਾ ਕੌਸ਼ਲ ਸਿਖਾਉਣ ਦੀਆਂ ਕਿਹੜੀਆਂ ਅਵਸਥਾਵਾਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਬੱਚਾ ਜੋ ਹੈ ਉਹ ਪ੍ਰਿਪੇਅਰ ਹੋਣਾ ਚਾਹੀਦਾ ਹੈ, ਫਿਜ਼ੀਕਲੀ ਵੀ ਔਰ ਮੈਂਟਲੀ ਵੀ, ਮਤਲਬ ਉਨੀ ਕੁ ਉਮਰ ਜਾਂ ਉਨਾ ਕੁ ਮੈਚੁਰ ਹੋਣਾ ਚਾਹੀਦਾ ਕਿ ਉਹ ਲਿਖਣਾ ਸਿੱਖ ਸਕੇ। ਠੀਕ ਹੈ, ਉਸ ਤੋਂ ਬਾਅਦ ਉਸ ਨੂੰ ਸਿਖਾਇਆ ਜਾਂਦਾ, ਜਦੋਂ ਉਹ ਲਿਖਣ ਲਈ ਤਿਆਰ ਹੈ ਤਾਂ ਉਸ ਨੂੰ ਲਿਖਣਾ ਸਿਖਾਇਆ ਜਾਏਗਾ, ਲਾਈਨਾਂ ਮਾਰਨਾ ਸਿਖਾਇਆ ਜਾਏਗਾ। ਉਸ ਤੋਂ ਬਾਅਦ ਜਦੋਂ ਉਸਨੂੰ ਪੈਨਸਿਲ ਪਕੜਨੀ ਆ ਜਾਂਦੀ ਹੈ ਜਾਂ ਫਿਰ ਉਹ ਕੋਆਰਡੀਨੇਸ਼ਨ ਬਣਾਉਣਾ ਸਿੱਖ ਲੈਂਦਾ ਹੈ ਤਾਂ ਉਸਨੂੰ ਸਿਖਾਇਆ ਜਾਂਦਾ ਕਿ ਅੱਖਰ ਕਿਵੇਂ ਲਿਖਣੇ ਨੇ। ਅੱਖਰ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਸ਼ਬਦ ਅਤੇ ਵਾਕਾਂ ਦੀ ਰਚਨਾ। ਠੀਕ ਹੈ, ਜਦੋਂ ਉਸਨੂੰ ਸਮਝ ਆਉਂਦਾ ਹੈ ਕਿ ਅੱਖਰ ਕਿਵੇਂ ਲਿਖਣੇ ਨੇ, ਊੜਾ ਐੜਾ ਉਸਨੂੰ ਲਿਖਣਾ ਆ ਜਾਂਦਾ। ਠੀਕ ਹੈ, ਸਮਝ ਲੈਂਦਾ ਅੱਖਰਾਂ ਨੂੰ, ਅਤੇ ਉਸ ਤੋਂ ਬਾਅਦ ਉਸਨੂੰ ਸ਼ਬਦ ਅਤੇ ਵਾਕਾਂ ਵੱਲ ਲਿਜਾਇਆ ਜਾਂਦਾ, ਉਹਨਾਂ ਦੀ ਰਚਨਾ ਕਰਨੀ ਸਿਖਾਈ ਜਾਂਦੀ ਹੈ। ਕਿਹੜੀ ਵਿਧੀਆਂ ਕੀਤੀਆਂ ਸੀ ਉਹ ਵੀ ਤੁਹਾਡੇ ਸਾਹਮਣੇ ਨੇ। ਠੀਕ ਹੈ, ਇਹਨਾਂ ਤਿੰਨਾਂ ਦੇ ਉੱਪਰ ਡਿਪੈਂਡ ਕਰਦੀ ਹੈ ਆਪਣੀ ਚੌਥੀ ਕਿਹੜੀ ਹੈ, ਆਦਰਸ਼ ਜਾਂ ਅਭਿਆਸ। ਠੀਕ ਹੈ, ਆਦਰਸ਼ ਲਿਖਤ ਕੀ ਹੋ ਗਿਆ, ਸਹੀ ਰੂਪ ਦੇ ਵਿੱਚ ਵਾਕਾਂ ਨੂੰ ਸਹੀ ਤਰੀਕੇ ਨਾਲ ਲਿਖਣਾ। ਠੀਕ ਹੈ, ਤਾਂ ਇਸ ਦੀਆਂ ਜੋ ਵਿਧੀਆਂ ਸੀ ਉਹ ਵੀ ਆਪਾਂ ਦੇਖੀਆਂ। ਉਸ ਤੋਂ ਬਾਅਦ ਆ ਜਾਂਦਾ ਲਿਖਣਾ ਕਿਵੇਂ ਸਿਖਾਇਆ ਜਾ ਸਕਦਾ ਹੈ, ਇੰਟਰਸਟਿੰਗ ਵੇ ਦੇ ਵਿੱਚ। ਠੀਕ ਹੈ, ਪਹਿਲੇ ਤਾਂ ਅੱਗੇ ਪ੍ਰਤਿਸਥਾਪਨ ਵਿਧੀ, ਫਿਰ ਆਪਾਂ ਪੜ੍ਹੀ ਸੀ ਮੌਂਟੈਂਸਰੀ ਵਿਧੀ, ਫਿਰ ਆਪਾਂ ਪੜ੍ਹੀ ਸੀ ਪੈਸਟਾਲੋਜੀ ਵਿਧੀ। ਇਹਨਾਂ ਤਿੰਨਾਂ ਵਿਧੀਆਂ ਨਾਲ ਬੜੀ ਹੀ ਇੰਟਰਸਟਿੰਗ ਵੇ ਦੇ ਵਿੱਚ ਖੇਡਦੇ ਹੋਏ ਆਪਾਂ ਕਹਿ ਸਕਦੇ ਹਾਂ ਕਿ ਬੱਚੇ ਨੂੰ ਜੋ ਲਿਖਣਾ ਹੈ ਉਹ ਸਿਖਾਇਆ ਜਾ ਸਕਦਾ ਹੈ। ਠੀਕ ਹੈ ਜੀ, ਤਾਂ ਇੱਥੇ ਜੋ ਆਪਣਾ ਅਗਲਾ ਟੌਪਿਕ ਹੈ ਪੰਜਾਬੀ ਦਾ ਉਹ ਵੀ ਕੰਪਲੀਟ ਹੁੰਦਾ ਹੈ, ਜਿਸ ਦਾ ਨਾਮ ਸੀ ਭਾਸ਼ਾ ਦਾ ਕੌਸ਼ਲ। ਠੀਕ ਹੈ, ਤਾਂ ਆਪਣਾ ਇੱਕ ਹੋਰ ਟੌਪਿਕ ਜੋ ਹੈ ਪੰਜਾਬੀ ਦਾ ਉਹ ਕੰਪਲੀਟ ਹੋ ਗਿਆ, ਅਤੇ ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਏਗਾ। ਜੇ ਚੰਗੀ ਤਰ੍ਹਾਂ ਕਲੀਅਰ ਹੋਇਆ ਤਾਂ ਜ਼ਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ, ਸਾਡੇ ਚੈਨਲ ਨੂੰ ਸ਼ੇਅਰ ਕਰੋ, ਤਾਂ ਕਿ ਜੋ ਵੀ ਟੈਟ ਦੀ ਤਿਆਰੀ ਕਰ ਰਹੇ ਹਨ, PS ਟੈਟ ਦੀ, ਅਤੇ ਉਹ ਕਨਫਿਊਜ਼ ਹਨ ਕਿ ਅਸੀਂ ਕਿਸ ਤਰੀਕੇ ਨਾਲ ਤਿਆਰੀ ਕਰੀਏ, ਤਾਂ ਉਹਨਾਂ ਲਈ ਇਹ ਚੈਨਲ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਏਗਾ, ਕਿਉਂਕਿ ਇੱਥੇ ਕਿਤੇ ਨਾ ਕਿਤੇ ਤੁਹਾਨੂੰ ਪ੍ਰੋਪਰਲੀ ਇੱਕ ਕੋਰਸ ਜੋ ਹੈ ਉਹ ਮਿਲ ਰਿਹਾ। ਠੀਕ ਹੈ, ਜਿਹਦੀ ਇਨਫੋਰਮੇਸ਼ਨ ਮੈਂ ਵੀਡੀਓ ਦੀ ਸਟਾਰਟਿੰਗ 'ਚ ਵੀ ਦੇ ਚੁੱਕੀ ਹਾਂ। ਔਰ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਨੈਕਸਟ ਟੌਪਿਕ ਸਟਾਰਟ ਕਰਾਂਗੇ ਭਾਸ਼ਾ ਦਾ, ਦੇਖਦੇ ਹਾਂ ਨੈਕਸਟ ਟੌਪਿਕ ਕਿਹੜਾ ਰਹੇਗਾ। ਠੀਕ ਹੈ, ਅਤੇ ਇਸੇ ਤਰੀਕੇ ਨਾਲ ਸਿਲੇਬਸ ਕੰਟੀਨਿਊਸਲੀ ਚੱਲਦਾ ਰਹੇਗਾ, ਅਤੇ ਜੇਕਰ ਤੁਸੀਂ ਪ੍ਰੀਵੀਅਸ ਨਹੀਂ ਦੇਖਿਆ ਤਾਂ ਉਹ ਵੀ ਦੇਖ ਸਕਦੇ ਹੋ ਚੈਨਲ ਦੇ ਉੱਪਰ ਵਿਜ਼ਿਟ ਕਰਕੇ। ਜੇ ਸਮਝ ਆਇਆ, ਚੰਗੀ ਤਰ੍ਹਾਂ ਪਸੰਦ ਆਇਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ, ਅਤੇ PSC ਟੈਟ ਦੇ ਲਈ ਵੀ ਇਹ ਜੋ ਪੂਰਾ ਦਾ ਪੂਰੀ ਸੀਰੀਜ਼ ਆ ਉਹ ਪੂਰੀ ਦੀ ਪੂਰੀ ਹੈਲਪਫੁਲ ਹੈ। ਠੀਕ ਹੈ, ਤਾਂ ਚਲੋ ਜੀ ਫਿਰ ਅੱਗੇ ਕੰਟੀਨਿਊ ਕਰਾਂਗੇ ਨੈਕਸਟ ਟੌਪਿਕ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ। ਤਾਂ ਅੱਜ ਲਈ ਬਸ ਇੰਨਾ ਹੀ, ਥੈਂਕ ਯੂ।